ਅੱਜ ਦਾ ਦਿਨ ਆਨੰਦ ਮਨਾਉਣ ਲਈ ਹੈ, ਆਨੰਦ ਦੇ ਲਈ ਹੈ, ਖੁਸ਼ੀ ਦੇ ਲਈ ਹੈ, ਛੁਟਕਾਰੇ ਲਈ ਹੈ। ਹਾਲੇਲੂਇਆ। ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਕੁਝ ਪਰਮੇਸ਼ਵਰ ਕਰਨ ਲਈ ਜਾ ਰਿਹਾ ਹੈ, ਪਰਮੇਸ਼ਵਰ ਕੰਮ ਕਰਨ ਲਈ ਜਾ ਰਿਹਾ ਹੈ, ਪਰਮੇਸ਼ਵਰ ਛੁਟਕਾਰਾ ਦੇਣ ਲਈ ਜਾ ਰਿਹਾ ਹੈ, ਪਰਮੇਸ਼ਵਰ ਆਪਣੇ ਲੋਕਾਂ ਨੂੰ ਆਜ਼ਾਦ ਕਰਨ ਲਈ ਜਾ ਰਿਹਾ ਹੈ, ਤੇ ਸਾਡੇ ਮਨ ਦੇ ਵਿੱਚ ਉਨੀ ਹੀ ਵੱਧ ਖੁਸ਼ੀ ਹੁੰਦੀ ਹੈ। ਆਮੇਨ, ਆਮੇਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਤੁਹਾਡੇ ਨਾਲ ਕੀ ਕਰਨ ਲਈ ਜਾ ਰਿਹਾ ਹੈ। ਅਗਰ ਤੁਸੀਂ ਪ੍ਰਾਰਥਨਾ ਕਰਨ ਵਾਲੇ ਯੋਧਾ ਹੋ ਤੇ ਤੁਹਾਨੂੰ ਪਤਾ ਹੋਏਗਾ ਕਿ ਪਰਮੇਸ਼ਵਰ ਅੱਜ ਤੁਹਾਨੂੰ ਕੀ ਕਹਿ ਰਿਹਾ ਹੈ, ਪਰਮੇਸ਼ਵਰ ਤੁਹਾਡੇ ਨਾਲ ਕੀ ਕੰਮ ਕਰ ਰਿਹਾ ਹੈ, ਪਰਮੇਸ਼ਵਰ ਦਾ ਆਤਮਾ ਤੁਹਾਨੂੰ ਕਿੱਥੇ ਲੈ ਕੇ ਜਾਏਗਾ, ਪਰਮੇਸ਼ਵਰ ਦਾ ਪਵਿੱਤਰ ਆਤਮਾ ਤੁਹਾਨੂੰ ਕਿੱਥੇ ਪਲੇਸ ਕਰੇਗਾ, ਤੁਹਾਡਾ ਸਥਾਨ ਕਿਹੜਾ ਹੈ ਔਰ ਪਵਿੱਤਰ ਆਤਮਾ ਤੁਹਾਨੂੰ ਕਿੱਥੇ ਪਲੇਸ ਕਰੇਗਾ। ਅਗਰ ਤੁਹਾਨੂੰ ਸਪਿਰਿਚੁਅਲ ਸੈਂਸ ਹੋਈ, ਅਗਰ ਤੁਹਾਨੂੰ ਸਪਿਰਿਚੁਅਲ ਸੈਂਸ ਹੋਈ ਤਾਂ ਮੈਂ ਤੁਹਾਨੂੰ ਆਖਦਾ ਹਾਂ ਸੱਚਮੁੱਚ ਤੁਸੀਂ ਉੱਪਰਲੇ ਸਥਾਨਾਂ ਤੇ ਹੋਵੋਗੇ ਯਿਸੂ ਮਸੀਹ ਦੇ ਨਾਮ ਵਿੱਚ। ਹਰ ਇੱਕ ਬੰਧਨ, ਹਰ ਇੱਕ ਬੋਝ, ਕੋਈ ਵੀ ਬੰਧਨ ਤੁਹਾਡੀ ਲਾਈਫ 'ਚ ਨਹੀਂ ਰਹੇਗਾ, ਕਿਉਂਕਿ ਤੁਹਾਨੂੰ ਸਪਿਰਿਚੁਅਲ ਸੈਂਸ ਹੋਣੀ ਚਾਹੀਦੀ ਹੈ। ਹਾਲੇਲੂਇਆ। ਸਪਿਰਿਚੁਅਲ ਸੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ। ਬਾਈਬਲ ਦੇ ਅੰਦਰ ਲਿਖਿਆ ਵਚਨ ਆਖਦਾ ਹੈ ਜੋ ਬਿਮਾਰੀਆਂ ਹਨ ਉਹ ਪਾਪ ਦੇ ਕਾਰਨ ਆਉਂਦੀਆਂ ਹਨ। ਬਿਮਾਰੀ ਇੱਕ ਸ਼ਰਾਪ ਹੈ। ਬਿਮਾਰੀ ਜੋ ਹੈ ਉਹ ਤੁਹਾਡੀ ਹਰ ਇੱਕ ਖੁਸ਼ੀ ਨੂੰ ਤੇ ਹਰ ਇੱਕ ਸ਼ਾਂਤੀ ਨੂੰ ਬਿਮਾਰੀ ਖਤਮ ਕਰ ਦਿੰਦੀ ਹੈ, ਮਾਰ ਦਿੰਦੀ ਹੈ। ਬਹੁਤ ਸਾਰੇ ਲੋਕ ਬਿਮਾਰੀਆਂ ਦੇ ਕਾਰਨ ਔਰ ਦੁੱਖਾਂ ਦੇ ਕਾਰਨ ਉਹ ਮਨੁੱਖਾਂ ਦੇ ਵਿਰੋਧ ਪੁਟੜਾਉਂਦੇ ਹਨ ਤੇ ਪਰਮੇਸ਼ਵਰ ਦੇ ਵਿਰੋਧ ਵਿੱਚ ਬੋਲਦੇ ਹਨ। ਇਸ ਦੇ ਕਾਰਨ, ਦੁੱਖਾਂ ਦੇ ਕਾਰਨ ਤੇ ਬਿਮਾਰੀਆਂ ਦੇ ਕਾਰਨ ਉਹ ਪਰਮੇਸ਼ਵਰ ਦੇ ਦਾਸਾਂ ਦੇ ਵਿਰੋਧ ਵਿੱਚ ਵੀ ਬੋਲਦੇ ਹਨ। ਉਹ ਪਰਮੇਸ਼ਵਰ ਦੇ ਵਿਰੋਧ ਵਿੱਚ ਵੀ ਬੋਲਦੇ ਹਨ ਔਰ ਕੁੜਕੁੜਾਉਂਦੇ ਹਨ, ਔਰ ਉਹਨਾਂ ਦਾ ਕੁੜਕੁੜਾਉਣਾ ਉਹਨਾਂ ਦੇ ਲਈ ਸ਼ਰਾਪ ਬਣ ਜਾਂਦਾ। ਅਗਰ ਪਰਮੇਸ਼ਵਰ ਦੀ ਕਲੀਸਿਆ ਜੋ ਹੈ ਉਹ ਆਤਮਿਕ ਕਲੀਸਿਆ ਬਣ ਜਾਏ, ਉਹਨਾਂ ਨੂੰ ਸਪਿਰਿਚੁਅਲ ਸੈਂਸ ਆ ਜਾਏ, ਕਦੀ ਵੀ ਉਹ ਪਰਮੇਸ਼ਵਰ ਦੇ ਵਿਰੋਧ ਵਿੱਚ ਮੂੰਹ ਨਾ ਖੋਲਣਗੇ ਔਰ ਨਾ ਹੀ ਆਪਣੇ ਵਿਰੋਧ ਵਿੱਚ ਮੂੰਹ ਖੋਲਣਗੇ। ਬਹੁਤ ਸਾਰੇ ਲੋਕ ਦੂਜਿਆਂ ਨੂੰ ਕਰਸ ਕਰਦੇ ਹਨ ਔਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਕਰਸ ਕਰਦੇ ਹਨ। उसका कारण की है बीमारी, उसका कारण की है बोझ, उसका कारण की है समस्या, उसका कारण की है शैतान दी गुलामी। हालेलुया, हालेलुया। बाइबल के अंदर लिखा निर्गमन की पुस्तक 15 अध्याय, कूच दी किताब 15 अध्याय, बुक ऑफ एक्सोडस चैप्टर 15 वर्स 1 और 2, परमेश्वर का वचन आखदा है तब मूसा और इस्राएलियों ने यहोवा के लिए गीत गाया। उन्होंने कहा मैं यहोवा के लिए गीत गाऊंगा क्योंकि वह महाप्रतापी ठहरा है। घोड़ों समेत समारोह को उसने समुद्र में पटक दिया। यहोवा मेरा बल और मेरे भजन का विषय है, वही मेरा उद्धार भी ठहरा है। मेरा परमेश्वर वही है, मैं उसी की स्तुति करूंगा और मैं उसके लिए निवास स्थान बनाऊंगा। मेरे पूर्वजों का परमेश्वर वही है, मैं उसको सराहूंगा। उसका नाम यहोवा योद्धा है, यहोवा योद्धा है, उसका नाम यहोवा है। बोले आमेन, बोले आमेन। जैसी 19 वर्ष ਨੂੰ देखिए, ये गीत गाने का कारण ये है कि फिरौन के घोड़े, रथों और सवारों समेत समुद्र के बीच में चले गए। यहोवा उनके ऊपर समुद्र का जल लौटा ले आया, परंतु इस्राएली समुद्र के बीच में स्थल ही स्थल होकर चले गए। तब हारून की बहन मरियम नाम नबिया के हाथ में डफ लिया और सब स्त्रियां डफ लिए हुए नाचती उसके पीछे हो गई और मरियम उनके साथ टेक गाती गई, यहोवा का गीत गाओ क्योंकि वह महाप्रतापी ठहरा है। बोले आमेन, हालेलुया। लिसन टू मी क्लियरली, मैनू ध्यान देना सुनना। बाइबल च लिखिया ਜਦੋਂ ਪਰਮੇਸ਼ਵਰ ਇਸਰਾਇਲੀਆਂ ਨੂੰ ਮਿਸਰ ਚੋਂ ਬਾਹਰ ਕੱਢ ਕੇ ਲੈ ਕੇ ਆਇਆ, ਉਹਨਾਂ ਦੇ ਸਾਹਮਣੇ ਲਾਲ ਸਮੁੰਦਰ ਆ ਗਿਆ। ਜਦੋਂ ਉਹਨਾਂ ਦੇ ਸਾਹਮਣੇ ਲਾਲ ਸਮੁੰਦਰ ਆਇਆ, ਜਦੋਂ ਮੂਸਾ ਉਹਨਾਂ ਨੂੰ ਮਿਸਰ ਚੋਂ ਕੱਢ ਕੇ ਲੈ ਕੇ ਆਇਆ, ਜਦੋਂ ਮਿਸਰ ਚੋਂ ਕੱਢ ਕੇ ਲੈ ਕੇ ਆਇਆ, ਉਹ ਰਸਤੇ ਵਿੱਚ ਬਹੁਤ ਆਨੰਦ ਮਨਾ ਰਹੇ ਸਨ। ਜਿੱਦਾਂ ਹੀ ਉਹਨਾਂ ਸਾਹਮਣੇ ਲਾਲ ਸਮੁੰਦਰ ਆਇਆ, ਜਿੱਦਾਂ ਹੀ ਉਹਨਾਂ ਦੇ ਸਾਹਮਣੇ ਪ੍ਰੋਬਲਮ ਆਈ, ਜਿੱਦਾਂ ਹੀ ਉਹਨਾਂ ਦੇ ਸਾਹਮਣੇ ਸਮੱਸਿਆ ਆਈ ਔਰ ਪਿੱਛੇ ਫਿਰੌਨ ਆਪਣੀ ਸੈਨਾ ਲੈ ਕੇ ਆ ਗਿਆ, ਬਾਈਬਲ 'ਚ ਲਿਖਿਆ ਉਹ ਨੱਚਦੇ ਹੋਏ ਆ ਰਹੇ ਸੀ, ਉਹਨਾਂ ਦਾ ਸਾਰਾ ਆਨੰਦ ਚਲਾ ਗਿਆ, ਉਹਨਾਂ ਦਾ ਆਨੰਦ ਚਲਾ ਗਿਆ। ਉਹ ਕੁੜਕੁੜਾਉਣ ਲੱਗ ਪਏ। ਕਿਤੇ ਉਹ ਗੀਤ ਗਾ ਰਹੇ ਸਨ, ਕਿਤੇ ਉਹ ਨੱਚ ਰਹੇ ਸਨ, ਕਿਤੇ ਉਹ ਟੱਪ ਰਹੇ ਸਨ, ਕਿਤੇ ਉਹ ਆਰਾਧਨਾ ਕਰ ਰਹੇ ਸਨ। ਲੇਕਿਨ ਜਿੱਦਾਂ ਹੀ ਸਾਹਮਣੇ ਸਮੱਸਿਆ ਆਈ, ਜਿੱਦਾਂ ਹੀ ਸਾਹਮਣੇ ਲਾਲ ਸਮੁੰਦਰ ਆਇਆ ਔਰ ਪਿੱਛੇ ਫਿਰੌਨ ਦੀ ਸੈਨਾ ਆਈ, ਉਹ ਮੂਸਾ ਦੇ ਵਿਰੋਧ ਵਿੱਚ ਬੋਲਣ ਲੱਗੇ, ਹੇ ਮੂਸਾ ਤੂੰ ਸਾਨੂੰ ਮਰਨ ਲਈ ਲੈ ਕੇ ਆਇਆ,
अगर ਤੁਹਾਡੇ ਜੀਵਨ ਦੇ ਅੰਦਰ ਆਨੰਦ ਹੈ ਤਾਂ ਤੁਸੀਂ ਪਰਮੇਸ਼ਵਰ ਦੀ ਆਰਾਧਨਾ ਕਰਦੇ ਹੋ। ਅਗਰ ਤੁਹਾਡੇ ਸਾਹਮਣੇ ਦੁੱਖ ਜਾਂ ਸਮੱਸਿਆ ਹੈ ਜਾਂ ਪੀੜਾ ਹੈ ਜਾਂ ਬਿਮਾਰੀ ਹੈ ਤਾਂ ਲੋਕ ਪਰਮੇਸ਼ਵਰ ਦੇ ਵਿਰੋਧ ਵਿੱਚ ਬੋਲਦੇ ਹਨ, ਉਹਦੇ ਅਗਵਿਆਂ ਦੇ ਵਿਰੋਧ ਵਿੱਚ ਬੋਲਦੇ ਹਨ, ਉਹਨਾਂ ਦੀ ਜੀਭ ਟਿਕਾਣੇ ਨਹੀਂ ਰਹਿੰਦੀ। ਇਹ ਸਪਿਰਚੁਅਲ ਸੈਂਸ ਦੀ ਕਮੀ ਹੈ। ਇਸ ਚੀਜ਼ ਦੀ ਕਮੀ ਹੈ, स्पिरिचुअल सेंस। बाइबल के अंदर लिखा, तब मूसा इस्राएलियों को लाल समुद्र के आगे ले गया और वह शूर नाम जंगल में आए और जंगल में जाते हुए 3 दिन तक पानी का सोता न मिला। फिर मारा नामक एक स्थान पर पहुंचे, वहां का पानी खारा था, वह उसे पी ना सके, इस कारण उसका नाम मारा पड़ा। तब वह ये कहकर मूसा के विरुद्ध बकबक करने लगे, हम क्या पिए? तब मूसा ने यहोवा की दुहाई दी और यहोवा ने उसे एक पौधा बतला दिया और जिसे जब उसने पानी में डाला तब वह मीठा हो गया। बोलो आमीन। जब मूसा ने लाठी बधाई, लाल समुद्र तो फाड़ हो गया और लाल समुद्र के पार लेके चले गए। और सारे हुण आराधना कर रहे हैं, मूसा आराधना कर रहा है, मरियम डफ लेके आराधना कर रही है, सारे स्तुति कर रहे हैं और वो लाल समुद्र के पार चले गए। और परमेश्वर ने फिरौन नूं समुद्र के अंदर, फिरौन दी सेना नूं समुद्र के अंदर दफन कर दिता। और जदों वो अगे गए, बाइबल च लिखिया 3 दिन तक उन्होंने पीने लिए पानी नहीं मिला। कितने दिन? कितने दिन? कितने दिन? ਤੁਹਾਡੇ ਵਿੱਚੋਂ ਕੋਈ ਵਿਅਕਤੀ ਹੈ ਜਿਹਨੇ 3 ਦਿਨ ਤੋਂ ਪਾਣੀ ਨਾ ਪੀਤਾ ਹੋਵੇ। ਜਦੋਂ 3 ਦਿਨ ਤੋਂ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਔਰ ਜੇ ਪਾਣੀ ਮਿਲਿਆ ਉਹ ਵੀ ਖਾਰਾ ਮਿਲਿਆ, ਫਿਰ मूसा ਦੇ ਵਿਰੋਧ ਵਿੱਚ ਬੋਲਣ ਲੱਗ ਪਏ, ਕਿਉਂਕਿ ਜਿੱਦਾਂ ਹੀ ਸਮੱਸਿਆ ਆਈ ਅਗਵੇ ਨੂੰ ਟਾਰਗੇਟ ਕਿੱਥੇ ਜਾਂਦਾ ਹੈ। ਜਦੋਂ ਤੁਹਾਡੇ ਤੇ ਸਮੱਸਿਆ ਆਉਂਦੀ ਲੋਕ ਤੁਹਾਨੂੰ ਕਹਿੰਦੇ, ਕਿੱਥੇ ਹੈ ਤੁਹਾਡਾ ਪਰਮੇਸ਼ਵਰ, ਕਿੱਥੇ ਹੈ ਤੁਹਾਡਾ ਯਿਸੂ? ਹਾਂ ਜਾਂ ਨਾ? ਲੋਕ ਕਹਿੰਦੇ ਹਨ ਕਿ ਨਹੀਂ, ਪੁੱਛਦੇ ਹਨ ਕਿ ਨਹੀਂ? ਜਦੋਂ ਸਮੱਸਿਆ ਆਉਂਦੀ ਹੈ, ਜਦੋਂ ਪ੍ਰੋਬਲਮ ਆਉਂਦੀ ਹੈ, ਲੋਕ ਕਹਿਣਾ ਸ਼ੁਰੂ ਕਰਦੇ ਹਨ, ਕਿੱਥੇ ਹੈ ਤੁਹਾਡਾ ਯਿਸੂ ਮਸੀਹ, ਕਿੱਥੇ ਹੈ ਤੁਹਾਡਾ ਪਰਮੇਸ਼ਵਰ, ਕਿੱਥੇ ਹੈ ਤੁਹਾਡਾ ਪਾਸਟਰ? ਜਦੋਂ ਹੀ ਸਮੱਸਿਆ ਆਉਂਦੀ ਹੈ, ਜਦੋਂ ਹੀ ਪ੍ਰੋਬਲਮ ਆਉਂਦੀ ਹੈ, ਤੁਹਾਡਾ ਚਿੱਤ ਟਿਕਾਣੇ ਤੇ ਹੋਣਾ ਚਾਹੀਦਾ ਹੈ, ਤੁਹਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ। ਔਰ ਜੇ ਤੁਹਾਡੇ ਅੰਦਰ ਵਿਸ਼ਵਾਸ ਗਹਿਰਾ ਹੈ, ਤੁਸੀਂ ਉਸ ਵਿਸ਼ਵਾਸ ਦੇ ਨਾਲ ਚੱਲੋਗੇ ਔਰ ਪ੍ਰਾਰਥਨਾ ਕਰੋਗੇ, ਪਰਮੇਸ਼ਵਰ ਆਜ਼ਾਦ ਕਰੇਗਾ। ਬੋਲੋ ਆਮੀਨ। ਹੁਣ ਦੇਖੋ ਸਿਚੁਏਸ਼ਨ ਕਿਦਾਂ ਦੀ ਹੈ। ਬਾਈਬਲ ਚ ਲਿਖਿਆ ਕਿ ਉਹ ਇੱਕ ਮਹਾਨ ਛੁਟਕਾਰੇ ਤੋਂ ਬਾਅਦ ਕਿੰਨਾ ਮਹਾਨ ਛੁਟਕਾਰਾ ਕੀਤਾ ਸੀ ਪਰਮੇਸ਼ਵਰ ਨੇ ਉਹਨਾਂ ਦਾ, ਕਿੰਨਾ ਮਹਾਨ ਛੁਟਕਾਰਾ ਸੀ। 430 ਸਾਲ ਦੀ ਗੁਲਾਮੀ ਵਿੱਚ ਉਹ ਫਸੇ ਹੋਏ ਸਨ ਔਰ मूसा 430 ਸਾਲ ਦੀ ਗੁਲਾਮੀ ਚੋਂ ਕੱਢ ਕੇ ਲੈ ਕੇ ਆਇਆ, ਫਿਰ ਵੀ ਲੋਕਾਂ ਦੇ ਵਿਰੋਧ ਬੋਲ ਰਹੇ ਸਨ। ਇਹ ਕਿੰਨਾ ਮਹਾਨ ਛੁਟਕਾਰਾ ਹੈ। ਕੋਈ ਵਿਅਕਤੀ 430 ਸਾਲ ਤੋਂ ਫਸਿਆ ਹੋਵੇ ਔਰ ਉਹਨੂੰ ਵਿਅਕਤੀ ਕੱਢ ਕੇ ਲਿਆਵੇ, ਕੱਲਾ ਉਹਨੂੰ ਹੀ ਨਹੀਂ, ਕਦੇ ਪਰਿਵਾਰ ਨੂੰ ਹੀ ਨਹੀਂ, ਪੂਰੀ ਕੌਮ ਨੂੰ ਕੱਢ ਕੇ ਲੈ ਕੇ ਆਵੇ ਔਰ ਪੂਰੀ ਕੌਮ ਨੂੰ ਆਜ਼ਾਦ ਕਰ ਦੇਵੇ। ਇਹ ਕਿੰਨਾ ਮਹਾਨ ਛੁਟਕਾਰਾ ਹੈ। ਫਿਰ ਵੀ ਉਹਨਾਂ ਨੇ मूसा ਨੂੰ ਟਾਰਗੇਟ ਕੀਤਾ ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਸਮੱਸਿਆ ਆਈ। ਤੁਸੀਂ ਆਪਣੀ ਸਮੱਸਿਆ ਵਿੱਚ ਆਪਣੇ ਮੂੰਹ ਨੂੰ ਬੰਦ ਰੱਖਦੇ ਹੋ ਜਾਂ ਆਪਣੀ ਸਮੱਸਿਆ ਦੇ ਵਿੱਚ ਆਪਣੇ ਮੂੰਹ ਨੂੰ ਖੋਲ ਦਿੰਦੇ ਹੋ, ਉਹ ਜੋ ਮਰਜ਼ੀ ਬੋਲੇ, ਜੋ ਜੀਵ ਚੋਂ ਮਰਜ਼ੀ ਨਿਕਲੇ, ਉਹ ਚੀਜ਼ਾਂ ਇਨਸਾਨ ਨੂੰ ਛੁੱਟਣ ਨਹੀਂ ਦਿੰਦੀਆਂ। ਕਿਉਂਕਿ ਕੁੜਕੁੜਾਉਣਾ ਔਰ ਬਕ ਕਰਨਾ ਇਨਸਾਨ ਨੂੰ ਫੰਦੇ ਵਿੱਚ ਫਸਾ ਦਿੰਦਾ ਹੈ। ਜਿਹੜੇ ਲੋਕ ਕੁੜਕੁੜਾਉਂਦੇ ਹਨ ਉਹ ਕਦੀ ਵੀ ਉਚਾਈਆਂ ਤੇ ਨਹੀਂ ਪਹੁੰਚ ਸਕਦੇ। ਕੁੜਕੁੜਾਓ ਜਿੱਦਾਂ ਮਰਜ਼ੀ ਕੁੜਕੁੜਾਓ, ਕੁੜਕੁੜਾਉਣ ਵਾਲੇ ਲੋਕ ਕਦੀ ਵੀ ਉਚਾਈਆਂ ਤੇ ਪਹੁੰਚ ਨਹੀਂ ਸਕਦੇ। ਅਗਰ ਤੁਸੀਂ ਉਚਾਈਆਂ ਤੇ ਪਹੁੰਚਣਾ ਹੈ, ਅਗਰ ਤੁਸੀਂ ਆਪਣੇ ਟਾਰਗੇਟ ਨੂੰ ਓਵਰ ਅਚੀਵ ਕਰਨਾ ਹੈ, ਅਗਰ ਤੁਸੀਂ ਆਪਣੇ ਆਫਿਸ ਦੇ ਵਿੱਚ ਟਾਪ ਤੇ ਉੱਤੇ ਪਹੁੰਚਣਾ ਹੈ, ਸ਼ਟ ਯੋਰ ਮਾਊਥ, ਆਪਣੇ ਮੂੰਹ ਨੂੰ ਬੰਦ ਰੱਖੋ। यूसुफ ने अपने मुंह बंद रखा और जिथे भी हो गया परमेश्वर ने टॉप ते कीता। जे पोतीफर दे घर सी तां टॉप ते उत्ते सी, जे जेल दे विच सी तां जेल दा अगवा बन गया, जे राजे कोल गया राजे ने टॉप ते बिठा दिता। राजे ने कहा राजगादी विच वड्डा मैं होएगा, लेकिन मेरे तो बाद दूसरा इस राज दे अंदर तू होएगा, तेरी आज्ञा विच सारा देश चलेगा, तेरी आज्ञा तो बिना एक पत्ता भी नहीं हिलेगा। व्हाई? यूसुफ ਨੂੰ स्पिरिचुअल सेंस ਸੀ। यूसुफ ने दुखां दे विच परमेश्वर ਨੂੰ टारगेट नहीं किया, दुखों के परमेश्वर के विरोध च नहीं बोलिया। इवन दैन दुखों के भरा ने उन्हें टोए च सुट्टिया, उन्हें अपने भरावां के विरोध च नहीं बोलिया। अज लोग कहते मेरे भरा ने मेरे लिए कीता की है, मेरी भैन ने मेरे लिए कीता की है। बच्चे मां बाप नूं कहते हैं मां बाप ने साडे लिए कीता की है। एक पत्नी अपने पति के विरोध में बोलती है मेरे लिए तू कीता की है। वो तेरा हस्बैंड है, अपने हस्बैंड के विरोध में ना बोलो। जिहड़ियां औरतां अपने हस्बैंड के विरोध में लगातार बोलदियां हन, वो कभी खुश रह ही नहीं सकदियां, क्योंकि परमेश्वर ने तां डिजाइन नहीं किया। परमेश्वर ने जे तुसीं अपने हस्बैंड नूं ऑनर दवोगियां
ਤੁਹਾਨੂੰ ਆਨਰ ਮਿਲੇਗਾ। ਆਪਣੇ ਹਸਬੰਡ ਨੂੰ ਬੇਇੱਜ਼ਤ ਕਰੋਗੀਆਂ, ਤੁਹਾਡੀ ਬੇਇੱਜ਼ਤੀ ਹੋਏਗੀ। ਸੋ ਤੁਹਾਨੂੰ ਸਪਿਰਚੁਅਲ ਸੈਂਸ ਚਾਹੀਦੀ ਹੈ। ਇੱਕ ਜਦੋਂ ਮਹਾਨ ਛੁਟਕਾਰਾ ਹੋਇਆ ਇਜ਼ਰਾइल ਦਾ ਔਰ मूसा ਉਹਨਾਂ ਨੂੰ ਕੱਢ ਕੇ ਲੈ ਕੇ ਆਇਆ, मूसा ਔਰ ਲੋਕ ਨੱਚ ਰਹੇ ਸਨ। ਜਦੋਂ ਲਾਲ ਸਮੁੰਦਰ ਵੀ ਦੋ ਫਾੜ ਹੋ ਗਿਆ, ਇੱਕ ਬਹੁਤ ਵੱਡਾ ਛੁਟਕਾਰਾ ਹੋਇਆ। ਅੱਗੇ ਜਾ ਕੇ ਇਹਨਾਂ ਨੇ ਪਾਣੀ ਨਹੀਂ ਮਿਲਿਆ, ਜੇ ਪਾਣੀ ਮਿਲਿਆ ਖਾਰਾ ਮਿਲਿਆ ਔਰ मूसा ਦੇ ਵਿਰੋਧ ਵਿੱਚ ਬੋਲਣ ਲੱਗੇ, मूसा ਸਾਨੂੰ ਪੀਣ ਲਈ ਪਾਣੀ ਨਹੀਂ ਹੈ। ਤਾਂ ਪਰਮੇਸ਼ਵਰ ਦੇ ਅੱਗੇ मूसा ਨੇ ਦੁਹਾਈ ਦਿੱਤੀ। मूसा ਨੂੰ ਪਰਮੇਸ਼ਵਰ ਨੇ ਕਿਹਾ, ਉਹ ਇੱਕ ਪੌਦਾ ਹੈ, ਉਹ ਇੱਕ ਛੋਟਾ ਜਿਹਾ ਪੇੜ ਹੈ, ਉਹਨੂੰ ਚੁੱਕ ਕੇ ਪਾਣੀ ਚ ਪਾ ਦੇ ਤਾਂ ਪਾਣੀ ਮਿੱਠਾ ਹੋ ਗਿਆ। ਉਹ ਯੀਸ਼ੂ ਮਸੀਹ ਦੇ ਨਾਂ ਦੇ ਅੰਦਰ ਅੱਜ ਵੀ ਉਹ ਪੇੜ ਜਿਹੜਾ ਹੈ ਉਹ ਕ੍ਰਾਸ ਦੇ ਉੱਤੇ ਯੀਸ਼ੂ ਮਸੀਹ ਲਗਾਇਆ ਗਿਆ ਔਰ ਜਿਹੜਾ ਉਹਦੇ ਵੱਲ ਦੇਖਦਾ ਹੈ ਉਹਦਾ ਖਾਰਾ ਜੀਵਨ ਮਿੱਠਾ ਹੋ ਜਾਂਦਾ ਹੈ। ਜਿਹੜਾ ਉਹਦੇ ਵੱਲ ਦੇਖਦਾ ਹੈ, ਜਿਹੜਾ ਉਹਨੂੰ ਚੱਕਦਾ ਹੈ, ਉਹਦਾ ਖਾਰਾ ਜੀਵਨ ਮਿੱਠਾ ਹੋ ਜਾਂਦਾ ਹੈ, ਉਹਦਾ ਜੀਵਨ ਪਰਿਵਰਤਿਤ ਹੋ ਜਾਂਦਾ ਹੈ, ਉਹਦੀ ਲਾਈਫ ਬਦਲ ਜਾਂਦੀ ਹੈ, ਉਹਦਾ ਘਰਾਨਾ ਬਦਲ ਜਾਂਦਾ ਹੈ। ਕਿਉਂਕਿ ਜਿਹੜਾ ਉਹਦੇ ਕ੍ਰਾਸ ਦੇ ਕੋਲ ਆਉਂਦਾ ਹੈ, ਉਸ ਪੇੜ ਦੇ ਕੋਲ ਆਉਂਦਾ ਹੈ, ਪਰਮੇਸ਼ਰ ਉਹਨੂੰ ਸੇਮ ਹੀ ਰੱਖਦਾ, ਉਹਦੇ ਜੀਵਨ ਨੂੰ ਬਦਲ ਦਿੰਦਾ ਹੈ ਔਰ ਕੌੜਾ ਔਰ ਖਾਰਾ ਮਿੱਠੇ ਵਿੱਚ ਬਦਲ ਜਾਂਦਾ है। बोलो आमेन। परमेश्वर ने कहा, यहोवा ने एक विधि और नियम बनाया और ये कहकर उसने परीक्षा की। निर्गमन 15 अध्याय 26 आयत, यदि तू अपने परमेश्वर यहोवा का वचन तन और मन से सुने और जो उसकी दृष्टि में ठीक है वही करे, उसकी आज्ञाओं पर कान लगाए, उसकी सब विधियों को माने, तो जितने रोग मैंने मिस्रियों पर भेजे हैं उनमें से एक भी तुझ पर ना भेजूंगा, क्योंकि मैं तेरा चंगा करने वाला यहोवा परमेश्वर हूं। बोलो आमीन। परमेश्वर ने कहा, जेकर तुसी मेरे वचन ਨੂੰ ਤਨ ਤੇ ਮਨ ਦੇ ਨਾਲ ਸੁਣੋ। ਪਰਮੇਸ਼ਰ ਦੇ ਵਚਨ ਨੂੰ ਤਨ ਤੇ ਮਨ ਦੇ ਨਾਲ ਸੁਣਨਾ ਹੈ, ਉਹਦੇ ਵਚਨ ਨੂੰ ਆਪਣੇ ਅੰਦਰ ਗ੍ਰਹਿਣ ਕਰਨਾ ਹੈ, ਉਹਦੇ ਵਚਨ ਨੂੰ ਆਪਣੇ ਅੰਦਰ ਰੱਖਣਾ ਹੈ। ਜਦੋਂ ਸਮੱਸਿਆ ਆਏ ਉਹਦੇ ਵਚਨ ਦਾ ਇਸਤੇਮਾਲ ਕਰਨਾ ਹੈ। ਬੋਲੋ ਆਮੀਨ, हालेलुया। ਜਦੋਂ ਸਮੱਸਿਆ ਆਏ ਪਰਮੇਸ਼ਰ ਦੇ ਵਚਨ ਦਾ ਇਸਤੇਮਾਲ ਕਰਨਾ ਹੈ। ਕੀ ਤੁਸੀਂ ਆਪਣੀ ਲਾਈਫ ਦੇ ਅੰਦਰ ਪਰਮੇਸ਼ਰ ਦੇ ਵਚਨ ਨੂੰ ਯਾਦ ਰੱਖਦੇ ਹੋ? ਕੀ ਤੁਸੀਂ ਆਪਣੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਵਚਨ ਨੂੰ ਯਾਦ ਰੱਖਦੇ ਹੋ? ਜਦੋਂ ਸਮੱਸਿਆ ਆਉਂਦੀ ਹੈ ਉਸ ਵੇਲੇ ਕੀ ਕਰਦੇ ਹੋ? ਮੰਨ ਲਓ ਬਾਈ ਚਾਂਸ, ਵੈਸੇ ਤਾਂ ਨਹੀਂ ਹੁੰਦਾ, ਬਾਈ ਚਾਂਸ ਕਿਸ ਦਾ ਐਕਸੀਡੈਂਟ ਹੋਇਆ, ਉਸ ਵੇਲੇ ਤੁਹਾਡਾ ਰਿਐਕਸ਼ਨ ਕੀ ਹੈ? ਸਿਚੁਏਸ਼ਨ ਦੇ ਵਿੱਚ ਤੁਹਾਡਾ ਕੀ ਰਿਐਕਸ਼ਨ ਹੈ? ਬਾਈ ਚਾਂਸ ਪ੍ਰੋਬਲਮ ਆਈ, ਉਸ ਸਮੇਂ ਤੁਹਾਡਾ ਰਿਐਕਸ਼ਨ ਕੀ ਹੈ? ਜੇ ਤੁਸੀਂ ਧਰਮੀ ਹੋ ਤਾਂ ਧਰਮੀ ਵਿਅਕਤੀ ਆਪਣੇ ਮੂੰਹ ਨੂੰ ਆਪਣੇ ਵਸ਼ ਵਿੱਚ ਰੱਖਦਾ ਹੈ। ਧਰਮੀ ਵਿਅਕਤੀ ਆਪਣੇ ਮੂੰਹ ਨੂੰ ਪਰਮੇਸ਼ਰ ਦੇ ਵਿਰੋਧ ਵਿੱਚ ਨਹੀਂ ਖੋਲਦਾ, ਉਹ ਨਹੀਂ ਕੁੜਕੁੜਾਉਂਦਾ, ਕਿਉਂਕਿ ਕੁੜਕੁੜਾਉਣ ਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਹਨ। ਕੁੜਕੁੜਾਉਣ ਦੇ ਨਾਲ, ਬੁੜਬੁੜਾਉਣ ਦੇ ਨਾਲ ਬਿਮਾਰੀਆਂ ਪੈਦਾ ਹੁੰਦੀਆਂ ਹਨ ਔਰ ਇਹ ਬਹੁਤ ਸਾਰੇ ਲੋਕਾਂ ਦੀ ਆਦਤ ਬਣ ਗਈ ਹੈ ਕੁੜਕੁੜਾਉਣਾ। ਕਿੰਨੇ ਲੋਕ ਕਨਫੈਸ਼ਨ ਕਰਦੇ ਹਨ ਕਿ ਤੁਸੀਂ ਕੁੜਕੁੜਾਉਂਦੇ ਹੋ, ਬੁੜਬੁੜਾਉਂਦੇ ਹੋ। ਬਹੁਤ ਸਾਰੇ ਲੋਕਾਂ ਦੀ ਆਦਤ ਹੈ ਇਹ, ਔਰ ਇਹ ਆਦਤ ਹੀ ਤੁਹਾਡੀ ਪ੍ਰੋਬਲਮ ਦਾ ਕਾਰਨ ਹੈ। ਇਸ ਆਦਤ ਨੂੰ ਛੱਡਣਾ ਪਏਗਾ। ਥੋੜੀ ਜੀ ਸਮੱਸਿਆ ਆਈ, ਬੁੜਬੁੜਾਉਣਾ ਸ਼ੁਰੂ ਕਰਤਾ, ਥੋੜੀ ਜੀ ਪ੍ਰੋਬਲਮ ਆਈ, ਬੁੜਬੁੜਾਉਣਾ ਸ਼ੁਰੂ ਕਰਤਾ, ਥੋੜੀ ਜੀ ਸਮੱਸਿਆ ਆਈ, ਵਿਰੋਧ ਵਿੱਚ ਬੋਲਣ ਲੱਗ ਪਏ। ਇਹ ਪਰਮੇਸ਼ਰ ਦੇ ਨਾਲ ਚੱਲਣਾ ਨਹੀਂ ਹੈ। ਬਹੁਤ ਸਾਰੇ ਲੋਕ, ਕਿੰਨੇ ਲੋਕ ਹਨ ਜਿਨ੍ਹਾਂ ਨੇ ਕਦੀ ਵੀ ਆਪਣੇ ਮੂੰਹ ਚੋਂ ਕਿਹਾ ਪਰਮੇਸ਼ਰ ਨੇ ਮੈਨੂੰ ਦਿੱਤਾ ਕੀ ਹੈ? ਹੱਥ ਖੜੇ ਕਰੋ। ਇੱਕ ਵਾਰੀ ਤੁਸੀਂ ਬੋਲਿਆ ਆਪਣੀ ਲਾਈਫ 'ਚ ਕਦੀ ਕਿ ਨਹੀਂ ਬੋਲਿਆ ਹੈ? ਤੁਹਾਡੇ ਵਿੱਚ ਲੋਕ ਹਨ, ਤੁਸੀਂ ਆਪਣੇ ਮੂੰਹ 'ਚੋਂ ਬੋਲ ਦਿੱਤਾ ਪਰਮੇਸ਼ਰ ਨੇ ਮੈਨੂੰ ਦਿੱਤਾ ਕੀ ਹੈ? ਇਟ ਮੀਨਸ ਤੁਸੀਂ ਕਰ ਚੁੱਕੇ। ਜਿਹੜੀ ਜੀਭ ਹੈ, ਜੀਭ ਦੇ ਵਸ਼ ਦੇ ਵਿੱਚ ਬਾਈਬਲ 'ਚ ਲਿਖਿਆ ਮੌਤ ਤੇ ਜੀਵਨ ਦੋਨੋਂ ਹਨ ਔਰ ਤੁਹਾਨੂੰ ਉਹਦਾ ਫਲ ਭੋਗਣਾ ਪਏਗਾ ਜੋ ਤੁਸੀਂ ਬੋਲਦੇ ਹੋ। ਕਿਉਂਕਿ ਬਾਈਬਲ 'ਚ ਲਿਖਿਆ ਇੱਕ ਸ਼ਬਦ ਦਾ ਹਿਸਾਬ ਦੇਣਾ ਪਏਗਾ ਲੋਕਾਂ ਨੂੰ। ਇੱਕ ਸ਼ਬਦ ਦਾ। ਲੋਕੀ ਬੋਲਣ ਤੋਂ ਪਹਿਲਾਂ ਨਹੀਂ ਸੋਚਦੇ, ਬੋਲ ਕੇ ਸੋਚਦੇ ਹਨ ਕੀ ਬੋਲਿਆ। ਨਹੀਂ, ਇੱਕ ਸ਼ਬਦ ਜਿਹੜਾ ਤੁਸੀਂ ਬੋਲਿਆ ਹੈ ਉਹਦਾ ਤੁਹਾਨੂੰ ਹਿਸਾਬ ਦੇਣਾ ਪਏਗਾ। ਇਸ ਲਈ ਵਚਨ 'ਚ ਲਿਖਿਆ ਕਿ ਪਰਮੇਸ਼ਵਰ ਨੇ मूसा ਨੂੰ ਇੱਕ ਪੌਦਾ ਦਿਖਾਇਆ। मूसा ਨੇ ਉਹ ਪੌਦਾ ਪਾਣੀ 'ਚ ਪਾਇਆ, ਖਾਰਾ ਪਾਣੀ ਮਿੱਠੇ 'ਚ ਬਦਲ ਗਿਆ, ਉਹ ਜੀਵਨ ਪਰਿਵਰਤਿਤ ਹੋ ਗਿਆ। ਔਰ ਪਰਮੇਸ਼ਵਰ ਨੇ ਕਿਹਾ, ਜੇਕਰ ਤੁਸੀਂ ਮੇਰੇ ਵਚਨ ਨੂੰ ਤਨ ਤੇ ਮਨ ਨਾਲ ਸੁਣੋ, ਮੇਰੀ ਆਗਿਆਵਾਂ ਦੇ ਤੇ ਕੰਨ ਲਗਾਓ ਔਰ ਜਿਹੜੇ ਰੋਗ ਮੈਂ ਮਿਸਰੀਆਂ ਦੇ ਭੇਜੇ ਹਨ ਉਹ ਮੈਂ ਤੁਹਾਡੇ ਤੇ ਨਹੀਂ ਭੇਜਾਂਗਾ, ਕਿਉਂਕਿ ਮੈਂ ਤੁਹਾਡਾ ਚੰਗਾ ਕਰਨ ਵਾਲਾ ਯਹੋਵਾ ਪਰਮੇਸ਼ਵਰ ਹਾਂ। बोलो आमीन, बोलो आमीन। बहुत सारी चंगाई ਤੁਹਾਡੀ शरीर ਵਿੱਚ ਅੱਜ ਤੱਕ ਕਿਉਂ ਨਹੀਂ ਆਈ? ਬਹੁਤ ਸਾਰੀ ਸਮੱਸਿਆ ਤੁਹਾਡੀ ਲਾਈਫ 'ਚ ਗਈਆਂ ਕਿਉਂ ਨਹੀਂ? ਕਿਉਂਕਿ ਤੁਹਾਡਾ ਜੀਵਨ ਜਿਹੜਾ ਹੈ, ਤੁਹਾਡੀ ਜੀਭ ਜਿਹੜੀ ਹੈ ਕੁੜਕੁੜਾਉਣ ਵਾਲੀ ਜੀਭ ਹੈ, ਤੁਹਾਡਾ ਜੀਵਨ ਬੜਬੜਾਉਣ ਵਾਲਾ ਜੀਵਨ ਹੈ ਔਰ ਤੁਸੀਂ ਪਰਮੇਸ਼ਰ ਦੇ ਵਿਰੋਧ ਵਿੱਚ ਕੰਮ ਕਰਦੇ ਹੋ। ਕੀ ਕੋਈ ਵਿਅਕਤੀ ਬਪਤਿਸਮਾ ਲੈਣ ਤੋਂ ਬਾਅਦ ਸ਼ਰਾਬ ਪੀ ਸਕਦਾ ਹੈ? ਪਰ ਲੋਕ ਪੀਂਦੇ ਹਨ। ਕੀ ਕੋਈ ਬਪਤਿਸਮਾ ਲੈਣ ਤੋਂ ਬਾਅਦ ਨਸ਼ਾ ਕਰ ਸਕਦਾ ਹੈ? ਲੋਕ ਕਰਦੇ ਹਨ।
ਕਿ ਕੋਈ ਬਪਤਿਸਮਾ ਲੈਣ ਤੋਂ ਬਾਅਦ ਗਾਲਾਂ ਕੱਢ ਸਕਦਾ ਹੈ? ਲੋਕ ਕੱਢਦੇ ਹਨ। ਜੀਵਨ ਕਿਹੋ ਜਿਹਾ ਹੈ? ਜੀਵਨ ਨੂੰ ਖਰਾਬ ਕਰ ਲਿਆ ਹੈ। ਜੀਵਨ ਨੂੰ ਪੂਰੀ ਤਰ੍ਹਾਂ ਤੁਸੀਂ ਆਪਣੇ ਅਧਿਕਾਰ 'ਚ ਰੱਖਿਆ ਹੈ। ਤੁਸੀਂ ਆਪਣੀ ਮਰਜ਼ੀ ਨਾਲ ਚੱਲਦੇ ਹੋ, ਆਪਣੀਆਂ ਆਦਤਾਂ ਨਾਲ ਚੱਲਦੇ ਹੋ, ਔਰ ਉਹ ਮਰਜ਼ੀਆਂ, ਉਹ ਆਦਤਾਂ ਤੁਹਾਨੂੰ ਖੂਹ ਵਿੱਚ ਲੈ ਕੇ ਜਾਂਦੀਆਂ ਹਨ, ਪ੍ਰੋਬਲਮ 'ਚ ਲੈ ਕੇ ਜਾਂਦੀਆਂ ਹਨ। ਇਸ ਲਈ ਤੁਹਾਨੂੰ ਆਪਣੇ ਆਪ ਨੂੰ ਬਦਲਣਾ ਪਏਗਾ, ਤੁਹਾਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ। ਜੇ ਤੁਸੀਂ ਆਪਣੇ ਆਪ ਨੂੰ ਬਦਲੋਗੇ, ਚੇਂਜ ਕਰੋਗੇ, ਤਾਂ ਪਵਿੱਤਰ ਆਤਮਾ ਤੁਹਾਡੀ ਸਹਾਇਤਾ ਲਈ ਖੜਾ ਹੋ ਜਾਏਗਾ, ਔਰ ਜਿਹੜੀ ਪੋਜੀਸ਼ਨ ਤੁਹਾਡੀ ਇਸ ਸਥਾਨ ਤੇ ਹੈ, ਇਸ ਸਮੇਂ ਹੈ, ਉਹ ਪੋਜੀਸ਼ਨ ਬਦਲ ਜਾਏਗੀ। ਪਰਮੇਸ਼ਰ ਤੁਹਾਨੂੰ ਉੱਚਾ ਚੱਕੇਗਾ, ਹੋਰ ਉੱਚਾ ਚੱਕੇਗਾ, ਹੋਰ ਉੱਚਾ ਚੱਕੇਗਾ। ਉਹ ਡਿਊ ਟੂ ਯੂਰ ਸਪਿਰਿਚੁਅਲ ਸੈਂਸ, ਤੁਹਾਡੀ ਆਤਮਿਕ ਸਮਝ ਤੇ ਆਤਮਿਕ ਬੁੱਧੀ। ਘਰ ਦੇ ਵਿੱਚ ਕਿੰਨੇ ਲੋਕ ਲੜਦੇ ਹਨ, ਔਰ ਕਿੰਨੇ ਲੋਕ ਲੜ ਕੇ ਆਪਣੇ ਘਰ ਦੇ ਲੋਕਾਂ ਨੂੰ ਨਹੀਂ ਬੁਲਾਉਂਦੇ। ਇਹ ਵੀ ਇੱਕ ਸੈਂਸ ਹੈ। ਆਪਣੇ ਘਰ ਤੇ ਲੜ ਕੇ ਆਪਣੇ ਲੋਕਾਂ ਨੂੰ ਨਹੀਂ ਬੁਲਾਉਣਾ, ਆਪਣੇ ਘਰ ਤੇ ਲੜ ਕੇ ਆਪਣੇ ਪਤੀ ਨੂੰ ਨਹੀਂ ਬੁਲਾਉਣਾ, ਔਰ 2-2 ਮਹੀਨੇ ਨਹੀਂ ਬੁਲਾਉਣਾ, 3-3 ਮਹੀਨੇ ਨਹੀਂ ਬੁਲਾਉਣਾ। ਇੱਕ ਹੀ ਕਮਰੇ 'ਚ ਲੋਕ ਰਹਿੰਦੇ ਹਨ। ਮੈਂ ਤੁਹਾਡੇ ਵਿੱਚ ਹੀ ਹਨ, ਮੈਂ ਸਾਬਿਤ ਕਰ ਸਕਦਾ ਹਾਂ। ਇਹ ਪਵਿੱਤਰ ਆਤਮਾ ਮੈਨੂੰ ਹਰ ਇੱਕ ਵਿਅਕਤੀ ਦੇ ਹਿਰਦੇ ਦੀ ਗੱਲ ਦੱਸ ਰਿਹਾ ਹੈ, ਔਰ ਮੈਂ ਇਸ ਪੁਲਪਿਟ ਤੋਂ ਬੋਲ ਰਿਹਾ ਹਾਂ। ਹਾਲੇਲੂਇਆ। मूसा के उत्ते परमेश्वर ने अनुग्रह किया। परमेश्वर मूसा ना प्रेम करदे सन, मूसा परमेश्वर ना प्रेम करदा सी। मूसा दा परमेश्वर यहोवा ना रिश्ता सी, और मूसा ਨੂੰ ਜਦੋਂ ਸਮੱਸਿਆ ਆਉਂਦੀ ਉਹ ਪਰਮੇਸ਼ਵਰ ਦੇ ਕੋਲ ਜਾਂਦਾ ਸੀ। ਪਰਮੇਸ਼ਵਰ ਨੂੰ ਸਮੱਸਿਆ ਦਾ ਸੋਲੂਸ਼ਨ ਦੱਸਦੇ ਸਨ। ਆ ਸੋਲੂਸ਼ਨ ਹੈ। ਪ੍ਰਭੂ ਯੀਸ਼ੂ ਮਸੀਹ ਨੇ ਕਿਹਾ, ਜੇਕਰ ਤੁਸੀਂ ਮੇਰੀ ਆਗਿਆ ਮੰਨੋਗੇ, ਜੇਕਰ ਤੁਸੀਂ ਮੇਰੀ ਆਗਿਆ ਮੰਨੋਗੇ ਤਾਂ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ। ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਤਾਂ ਮੇਰੀ ਆਗਿਆ ਨੂੰ ਮੰਨੋਗੇ। ਬੋਲੋ ਆਮੇਨ, ਬੋਲੋ ਆਮੇਨ। 12 ਚੇਲੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਸਨ ਕਿ 12 ਦੇ 12 ਪ੍ਰਭੂ ਦੀ ਆਗਿਆ ਮੰਨਦੇ ਸਨ। ਇਹ ਚੇਲਾ ਗਿਆ, ਉਹਨੇ ਯੀਸ਼ੂ ਮਸੀਹ ਨੂੰ ਪਕੜਵਾ ਦਿੱਤਾ। ਪੜਾਉਣ ਵਾਲੇ ਵਿੱਚ ਹੀ ਸਨ। ਸੋ ਤੁਸੀਂ ਦੇਖਣਾ ਹੈ ਤੁਹਾਡਾ ਜੀਵਨ ਕਿਹੋ ਜਿਹਾ ਹੈ, ਤੁਹਾਡੀ ਪੋਜੀਸ਼ਨ ਕਿੱਥੇ ਹੈ, ਤੁਸੀਂ ਕਿਹੜੀ ਪੋਜੀਸ਼ਨ ਤੇ ਹੋ। ਕੀ ਤੁਹਾਡਾ ਜੀਵਨ ਬਦਲ ਚੁੱਕਾ ਹੈ? ਕੀ ਤੁਹਾਡੀ ਲਾਈਫ ਬਦਲ ਚੁੱਕੀ ਹੈ? ਕੀ ਤੁਹਾਡੀਆਂ ਸੋਚਾਂ ਬਦਲ ਚੁੱਕੀਆਂ ਹਨ? ਕੀ ਤੁਹਾਡਾ ਬੋਲਣਾ ਬਦਲ ਗਿਆ ਹੈ? ਕੀ ਤੁਹਾਡਾ ਦੇਖਣਾ ਬਦਲ ਗਿਆ ਹੈ? ਕੀ ਤੁਹਾਡਾ ਛੂਣਾ ਬਦਲ ਗਿਆ ਹੈ? ਕੀ ਤੁਹਾਡੀ ਸਪਿਰਿਚੁਅਲ ਸੈਂਸ ਬਦਲ ਗਈ ਹੈ? ਅਗਰ ਤੁਸੀਂ ਬਦਲ ਗਏ ਹੋ ਤਾਂ ਪਰਮੇਸ਼ਵਰ ਤੁਹਾਡਾ ਇਸਤੇਮਾਲ ਕਰੇਗਾ। ਬੋਲੋ ਆਮੇਨ, ਬੋਲੋ ਆਮੇਨ। ਹਾਲੇਲੂਇਆ, ਹਾਲੇਲੂਇਆ। जब एक औरत प्रभु यीशु मसीह के कोल आई, उन्हें अपने मन च सोचा कि मैं प्रभु यीशु मसीह के वस्त्र ਨੂੰ ਛੂ ਲਾਂਗੀ, ਚੰਗੀ ਹੋ ਜਾਵਾਂਗੀ। और ਭੀੜ ਦੇ ਵਿੱਚ 5000 ਦੀ ਭੀੜ ਦੇ ਵਿੱਚ ਪਿੱਛੇ ਗਈ, ਉਹਨੇ ਯीशु मसीह ਦੇ ਵਸਤਰ ਨੂੰ ਛੂ ਲਿਆ, ਉਸੇ ਵੇਲੇ ਚੰਗੀ ਹੋ ਗਈ। 12 ਸਾਲ ਦਾ ਲਹੂ ਬਹਿਣਾ ਬੰਦ ਹੋ ਗਿਆ। ਅਗਰ ਪਰਮੇਸ਼ਰ ਦਾ ਅਨੁਗ੍ਰਹ ਤੁਹਾਡੇ ਤੇ ਆਇਆ, ਪਰਮੇਸ਼ਰ ਦਾ ਫੇਵਰ ਤੁਹਾਡੇ ਉੱਤੇ ਆਇਆ, ਅੱਜ ਪਰਮੇਸ਼ਰ ਦਾ ਫੇਵਰ ਆਏਗਾ। ਲੋਕ ਕੱਪੜਿਆਂ ਨੂੰ ਛੂਣਾ ਚੰਗੇ ਹੋਣਗੇ ਯीशु मसीह ਦੇ ਨਾਮ ਵਿੱਚ। ਕੱਪੜਿਆਂ ਨੂੰ ਛੂਣਾ ਚੰਗੇ ਹੋਣਗੇ। ਕੱਲੇ ਯीशु मसीह ਦੇ ਨਹੀਂ, ਕੱਲੇ ਮੇਰੇ ਹੀ ਨਹੀਂ, ਤੁਹਾਡੇ ਵੀ ਕੱਪੜਿਆਂ ਨੂੰ ਛੂਣ ਦੇ ਨਾਲ ਲੋਕ ਚੰਗੇ ਹੋਣਗੇ ਯीशु मसीह ਦੇ ਨਾਮ ਵਿੱਚ। लेकिन ਜਿਹੜਾ ਬੰਦਾ ਕੁੜਕੁੜਾ ਰਿਹਾ ਹੈ, ਉਹਦੇ ਕੱਪੜਿਆਂ ਚੋਂ ਕੀ ਨਿਕਲੇਗਾ? ਕੁੜਕੁੜਾਹਟ। ਜਿਹੜਾ ਬੁੜਬੁੜਾ ਰਿਹਾ ਹੈ, ਉਹਦੇ ਕੱਪੜਿਆਂ ਚੋਂ ਕੀ ਨਿਕਲੇਗੀ? ਬੁੜਬੁੜਾਹਟ। ਜਿਹੜਾ ਬੰਦਾ ਰੋ ਰਿਹਾ ਹੈ, ਉਹਦੇ ਕੱਪੜਿਆਂ ਚੋਂ ਕੀ ਨਿਕਲੇਗਾ? ਰੋਣਾ। ਜਿਹੜਾ ਪੂਰੀ ਤਰ੍ਹਾਂ ਸਾਮਰਥ ਨਾਲ ਅਭਿਸ਼ੇਕ ਨਾਲ ਭਰਿਆ ਹੋਇਆ ਹੈ, ਜਿਹੜਾ ਸਰੀਰ, ਜਿਹੜਾ ਪ੍ਰਾਣ, ਜਿਹੜਾ ਆਤਮਾ ਅਭਿਸ਼ੇਕ ਨਾਲ ਭਰਿਆ ਹੋਇਆ ਹੈ, ਉਹਦੇ ਕੱਪੜਿਆਂ ਚੋਂ ਵੀ ਅਭਿਸ਼ੇਕ ਨਿਕਲੇਗਾ, ਉਹਦੀ ਜੀਭ ਚੋਂ ਵੀ ਅਭਿਸ਼ੇਕ ਨਿਕਲੇਗਾ, ਉਹਦੇ ਅੱਖਾਂ ਚੋਂ ਵੀ ਅਭਿਸ਼ੇਕ ਨਿਕਲੇਗਾ, ਉਹਦੇ ਬੋਲਣ ਦੇ ਨਾਲ ਚੰਗੇ ਹੋਣਗੇ। ਔਰ ਰਬਾਸੀਆ ਥਰੋ ਪਾਕਰੂ ਤੁਹਾਡੇ ਉੱਤੇ ਕਬਜ਼ਾ ਕਰੇ, ਔਰ ਤੁਸੀਂ ਆਜ਼ਾਦ ਹੋ ਜਾਓ ਯीशु मसीह ਦੇ ਨਾਮ ਵਿੱਚ। ਸਾਰੀ ਬਿਮਾਰੀਆਂ, ਰੋਗ ਤੁਹਾਨੂੰ ਛੱਡ ਕੇ ਚਲੇ ਜਾਣ। ਹਰ ਇੱਕ ਬੰਧਨ ਤੁਹਾਡੇ ਵਿੱਚ ਜੀਵਨ ਚ ਟੁੱਟ ਜਾਏ, ਹਰ ਇੱਕ ਬੋਝ ਚਲਾ ਜਾਏ, ਔਰ ਤੁਹਾਡੀਆਂ ਆਦਤਾਂ ਬਦਲ ਜਾਣ ਯीशु मसीह ਦੇ ਨਾਮ ਵਿੱਚ। ਗੰਦੀਆਂ ਆਦਤਾਂ ਅੱਜ ਬਦਲ ਜਾਣ ਚੰਗੀਆਂ ਦੇ ਅੰਦਰ ਯीशु मसीह ਦੇ ਨਾਮ ਵਿੱਚ। ਹਾਲੇਲੂਇਆ। ਸਭ ਤੋਂ ਵੱਡੀ ਸਮੱਸਿਆ ਇਨਸਾਨ ਦੀ ਉਹਦੀਆਂ ਆਦਤਾਂ। ਤੁਹਾਡੀ ਆਦਤ ਕਿਹੋ ਜਿਹੀ ਹੈ? ਤੁਸੀਂ ਸਵੇਰੇ ਕਿੰਨੇ ਵਜੇ ਉੱਠਦੇ ਹੋ? ਰਾਤ ਨੂੰ ਕਿੰਨੇ ਵਜੇ ਸੌਂਦੇ ਹੋ? ਕੀ ਕੰਮ ਹੈ ਤੁਹਾਡਾ? ਆਦਤਾਂ ਕਿਹੋ ਜਿਹੀਆਂ ਹਨ? ਤੁਹਾਡੀ ਆਦਤ ਤੁਹਾਡੇ ਸਟੇਟਸ ਨੂੰ ਬਣਾਉਂਦੀ ਹੈ। ਤੁਹਾਡੀ ਆਦਤ ਤੁਹਾਡੀ ਪਰਸਨੈਲਿਟੀ ਨੂੰ ਬਣਾਉਂਦੀ ਹੈ। ਤੁਹਾਡੀ ਆਦਤ ਤੁਹਾਡੇ ਕਰੈਕਟਰ ਨੂੰ ਬਣਾਉਂਦੀ ਹੈ। ਤੁਹਾਡੀਆਂ ਆਦਤਾਂ ਕਿਹੋ ਜਿਹੀਆਂ ਹਨ? ਜੇ ਤੁਹਾਡੀ ਆਦਤ ਚੰਗੀ ਹੈ, ਤੁਹਾਡਾ ਕਰੈਕਟਰ ਚੰਗਾ ਹੋਏਗਾ। ਜੇ ਆਦਤਾਂ ਮਾੜੀਆਂ ਹਨ ਤਾਂ ਕਰੈਕਟਰ ਵੀ ਮਾੜਾ ਹੋਏਗਾ। यीशु मसीह ने कहा, जे तेरी आंख बुरी है तेरा सारा शरीर अंधियारा होएगा, जे तेरी आंख उज्जवल है तेरा सारा शरीर उजियाला होएगा। और देखना है ਤੁਹਾਡੀ ਅੱਖ ਕਿਹੋ ਜਿਹੀ ਹੈ। ਜੇ ਤੁਹਾਡੀ ਅੱਖ ਚੰਗੀ ਹੈ, ਤੁਹਾਡਾ ਸ਼ਰੀਰ ਉਜਾਲਾ ਹੋਏਗਾ, ਤੁਹਾਡੇ ਸ਼ਰੀਰ 'ਚ ਸਾਮਰਥ ਹੋਏਗੀ, ਤੁਹਾਡੀਆਂ ਹੱਡੀਆਂ ਸਾਮਰਥ ਹੋਏਗੀ, ਤੁਹਾਡੇ ਆਪਣੇ ਸ਼ਰੀਰ ਵਿੱਚ ਕੋਈ ਬਿਮਾਰੀ ਨਹੀਂ ਹੋਏਗੀ। ਬੋਲੋ ਆਮੇਨ, ਹਾਲੇਲੂਇਆ, ਹਾਲੇਲੂਇਆ।
ਸਾਡਾ ਪਰਮੇਸ਼ਵਰ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ, ਸਾਡਾ ਪਰਮੇਸ਼ਵਰ ਆਜ਼ਾਦ ਕਰਨ ਵਾਲਾ ਪਰਮੇਸ਼ਵਰ ਹੈ। ਅਸੀਂ ਜਦੋਂ ਪਰਮੇਸ਼ਵਰ ਕੇ ਪ੍ਰਾਰਥਨਾ ਕਰਦੇ, ਪਰਮੇਸ਼ਵਰ ਨੂੰ ਹੱਥ ਵਧਾ, ਆਪਣੇ ਲੋਕਾਂ ਨੂੰ ਚੰਗਾ ਕਰ। ਮੈਂ ਦੇਖਦਾ ਹਾਂ ਖੁਦਾਵੰਦ ਆਪਣੇ ਹੱਥ ਨੂੰ ਵਧਾਉਂਦਾ ਹੈ ਔਰ ਲੋਕ ਚੰਗੇ ਹੁੰਦੇ ਹਨ, ਲੋਕ ਆਜ਼ਾਦ ਹੁੰਦੇ ਹਨ। ਲੇਕਿਨ ਉਹ ਲੋਕ ਜਿਹੜੇ ਚੰਗੇ ਹੋ ਗਏ, ਜਿਹੜੇ ਆਜ਼ਾਦ ਹੋ ਗਏ, 1 ਮਹੀਨੇ ਬਾਅਦ 2 ਮਹੀਨੇ ਬਾਅਦ ਉਹ ਬਿਮਾਰੀ ਦੁਬਾਰਾ ਉਹਨਾਂ ਦੇ ਸਰੀਰ 'ਚ ਵਾਪਸ ਆਈ, ਉਹਨਾਂ ਦੀਆਂ ਆਪਣੀਆਂ ਆਦਤਾਂ ਦੇ ਕਾਰਨ, ਉਹਨਾਂ ਦੇ ਆਪਣੀ ਪ੍ਰੋਬਲਮ ਦੇ ਕਾਰਨ। ਉਹਨਾਂ ਨੇ ਕੁੜਕੁੜਾਉਣਾ ਨਹੀਂ ਛੱਡਿਆ, ਉਹਨਾਂ ਨੇ ਬੁੜਬੁੜਾਉਣਾ ਨਹੀਂ ਛੱਡਿਆ, ਆਪਣੀਆਂ ਗੰਦੀਆਂ ਆਦਤਾਂ ਨਹੀਂ ਛੱਡੀਆਂ ਔਰ ਉਹ ਬਿਮਾਰੀ ਦੁਬਾਰਾ ਵਾਪਸ ਆਈ। ਕੀ ਆਦਤਾਂ? ਪਹਿਲਾਂ ਵੀ ਮੂਰਤੀ ਪੂਜਾ ਕਰਦੇ ਸੀ, ਅੱਜ ਵੀ ਚਰਚ ਆਉਂਦੇ ਹੋ, ਦਿਖਾਉਂਦੇ ਮੈਂ ਚਰਚ ਆਇਆ, ਪਾਸਟਰ ਜੀ ਜੈ ਮਸੀਹ, ਤੁਹਾਡੇ ਜੈ ਮਸੀਹ ਤੋਂ ਮੈਨੂੰ ਪਤਾ ਲੱਗ ਜਾਣਾ ਤੂੰ ਕਰਕੇ ਕੀ ਆਇਆ। ਸਮੱਸਿਆ ਕਿੱਥੇ ਹੈ? ਕਿਉਂਕਿ ਤੁਸੀਂ ਆਪਣੀਆਂ ਆਦਤਾਂ ਤੋਂ ਬਾਜ ਨਹੀਂ ਆਏ। ਪਹਿਲਾਂ ਵੀ ਭੁੱਕੀਆਂ ਲੈਂਦੇ ਸੀ, ਅੱਜ ਵੀ ਉਹੀ ਕੰਮ ਹੈ। ਤੇ ਤੁਹਾਡਾ ਬਦਲਾਅ ਕਿੱਥੇ ਹੈ? ਧੋਖਾ ਦਿੰਦੇ ਹੋ ਤੁਸੀਂ ਖੁਦਾ ਨੂੰ, ਔਰ ਧੋਖਾ ਦੇਣ ਵਾਲਾ ਨਾ ਖੁਦਾ ਖੁਸ਼ ਨਹੀਂ ਹੁੰਦਾ। ਆਪਣੀ ਹੈਬਿਟ ਨੂੰ ਬਦਲੋ, ਆਪਣੀ ਆਦਤਾਂ ਨੂੰ ਬਦਲੋ, ਸਪਿਰਚੁਅਲ ਸੈਂਸ ਨੂੰ ਬਦਲੋ। ਪਰਮੇਸ਼ਵਰ ਤੁਹਾਨੂੰ ਉਠਾ ਕੇ ਖੜਾ ਕਰੇਗਾ। ਪਰਮੇਸ਼ਵਰ ਚਾਹੁੰਦਾ ਹੈ ਕਿ ਏਦਾਂ ਦੀ ਕੌਮ ਨੂੰ ਬਣਾਉਣਾ, ਏਦਾਂ ਦੀ ਕੌਮ ਨੂੰ ਬਣਾਉਣਾ, ਏਦਾਂ ਦੇ ਲੋਕਾਂ ਨੂੰ ਬਣਾਉਣਾ। ਕੱਲੇ ਚਰਚ ਵਿੱਚ ਹੀ ਨਹੀਂ, ਸੁਣ ਲੋ ਕਲੀਸਿਆ, ਰਾਸਤੇ ਵਿੱਚ ਜਾਂਦੇ ਹੋਏ ਚਮਤਕਾਰ ਹੋਣਗੇ, ਲੋਕਾਂ ਨੂੰ ਮਿਲਣਗੇ, ਤੁਹਾਨੂੰ ਟੱਚ ਕਰਨਗੇ, ਲੋਕ ਉਸੇ ਵੇਲੇ ਹੀਲ ਹੋ ਜਾਣਗੇ, ਲੋਕ ਛੂਣਗੇ ਚੰਗੇ ਹੋ ਜਾਣਗੇ, ਕੱਪੜਿਆਂ ਨੂੰ ਛੂਏਗਾ ਲੋਕ ਚੰਗੇ ਹੋ ਜਾਣਗੇ। ਉਹਦੇ ਲਈ ਕਲੀਸਿਆ ਚਾਹੀਦੀ ਇਮਾਨਦਾਰ, ਉਹਦੇ ਲਈ ਕਲੀਸਿਆ ਚਾਹੀਦੀ ਸਪਿਰਚੁਅਲ ਸੈਂਸ ਵਾਲੀ, ਉਹਦੇ ਲਈ ਲੋਕ ਚਾਹੀਦੇ ਹਨ ਜਿਹੜੇ ਪਰਮੇਸ਼ਰ ਦੇ ਨਾਲ ਵਫਾਦਾਰੀ ਨਾਲ ਚੱਲਣ, ਪਰਮੇਸ਼ਰ ਦੇ ਕੰਮਾਂ ਨੂੰ ਕਰਨ ਔਰ ਪਰਮੇਸ਼ਰ ਦੇ ਵਚਨ ਨੂੰ ਲੈ ਕੇ ਜਾਣ, ਤਾਂ ਕਿ ਪਰਮੇਸ਼ਰ ਉਹਦੇ ਨਾਲ ਚੱਲੇ। ਜਿੱਥੇ ਤੁਸੀਂ ਜਾਓਗੇ ਪਰਮੇਸ਼ਰ ਕਹੇਗਾ ਮੈਂ ਤੁਹਾਡੇ ਨਾਲ ਜਾਵਾਂਗਾ। खुदावंद ने वायदा किया यहोशू दे नाल, जिथे तू जाएगा यहोशू मैं तेरे नाल जावांगा, जो तू करेगा मैं तेरे नाल करांगा। हालेलुया। बाइबल च लिखा सुलेमान दे सारे ते लोग, बहुत सारे लोगों ਨੂੰ ਲੈ ਕੇ ਆਉਂਦੇ ਸਨ, ਮੰਜਿਆਂ ਦੇ ਉੱਤੇ ਲੈ ਕੇ ਆਉਂਦੇ ਸਨ, ਪਟੋਲਿਆਂ ਉੱਤੇ ਲੈ ਕੇ ਆਉਂਦੇ ਸਨ, ਉਹ ਲਿਟਾ ਦਿੰਦੇ ਸਨ ਸੜਕ ਦੇ ਉੱਤੇ। ਉਹ ਸੜਕ ਉੱਤੇ ਕਿਵੇਂ ਲਿਟਾਉਂਦੇ ਸਨ? ਕਿਉਂਕਿ ਪਤਰਸ ਦਿਨ ਵਿੱਚ 3 ਵਾਰ ਪਤਰਸ, ਯਹੂਨਾ ਤੇ ਯਾਕੂਬ ਸੁਲੇਮਾਨ ਦੇ ਸਰ ਤੇ ਪ੍ਰਾਰਥਨਾ ਕਰਨ ਲਈ ਆਉਂਦੇ ਸਨ। ਕਿਉਂ ਲਿਟਾਉਂਦੇ ਸਨ? ਕਿ ਪਤਰਸ ਉੱਥੋਂ ਦੀ ਲੰਘੇ ਤੇ ਪਤਰਸ ਦੀ ਛਾਂ ਪਵੇ ਉਹਨਾਂ ਲੋਕਾਂ ਦੇ ਉੱਤੇ। ਜਿੰਨੇ ਲੋਕਾਂ ਦੇ ਉੱਤੇ ਪਤਰਸ ਦੀ ਛਾਂ ਪੈਂਦੀ ਉਹ ਸਾਰੇ ਲੋਕ ਚੰਗੇ ਹੋ ਜਾਂਦੇ ਸਨ। ਅੱਜ ਪਰਮੇਸ਼ਰ ਚਾਹੁੰਦਾ ਹੈ ਆਪਣੇ ਲੋਕਾਂ ਦਾ ਇਸਤੇਮਾਲ ਕਰਨਾ, ਅੱਜ ਪਰਮੇਸ਼ਰ ਚਾਹੁੰਦਾ ਆਪਣੇ ਲੋਕਾਂ ਨੂੰ ਖੜਾ ਕਰਨਾ। ਲੇਕਿਨ ਬਹੁਤ ਸਾਰੀ ਸਮੱਸਿਆ ਦੇ ਕਾਰਨ, ਗੰਦੀਆਂ ਆਦਤਾਂ ਦੇ ਕਾਰਨ, ਗੰਦੇ ਕਰੈਕਟਰ ਦੇ ਕਾਰਨ ਪਰਮੇਸ਼ਰ ਇਸਤੇਮਾਲ ਨਹੀਂ ਕਰਦਾ। ਪਰਮੇਸ਼ਰ ਇਸਤੇਮਾਲ ਕਰਨਾ ਚਾਹੁੰਦਾ ਹੈ। ਅੱਜ ਪਰਮੇਸ਼ਰ ਦਾ ਆਤਮਾ ਚਾਹੁੰਦਾ ਹੈ ਉਹ ਤੁਹਾਨੂੰ ਆਜ਼ਾਦ ਕਰੇ ਬੁਰੇ ਕਰੈਕਟਰ ਤੋਂ, ਉਹ ਤੁਹਾਨੂੰ ਆਜ਼ਾਦ ਕਰੇ ਬੁਰੀਆਂ ਆਦਤਾਂ ਤੋਂ, ਉਹ ਤੁਹਾਨੂੰ ਆਜ਼ਾਦ ਕਰੇ ਕੁੜਕੁੜਾਹਟ ਤੋਂ, ਉਹ ਤੁਹਾਨੂੰ ਆਜ਼ਾਦ ਕਰੇ ਬੁੜਬੁੜਾਉਣ ਤੋਂ। ਅੱਜ ਤੁਸੀਂ ਆਜ਼ਾਦ ਹੋ ਜਾਓ ਯਿਸੂ ਮਸੀਹ ਦੇ ਨਾਮ ਵਿੱਚ, ਤੁਸੀਂ ਆਜ਼ਾਦ ਹੋ ਜਾਓ। ਪਰਮੇਸ਼ਰ ਦੀ ਆਤਮਾ ਤੁਹਾਡੇ ਉੱਤੇ ਉਤਰੇ, ਪਰਮੇਸ਼ਰ ਦੀ ਸਾਮਾ ਤੁਹਾਡੇ ਉੱਤੇ ਉਤਰੇ, ਪਰਮੇਸ਼ਰ ਦੀ ਆਤਮਾ ਤੁਹਾਡੇ ਉੱਤੇ ਉਤਰੇ ਔਰ ਤੁਸੀਂ ਆਜ਼ਾਦ ਹੋ ਜਾਓ। ਪਰਮੇਸ਼ਰ ਦੀ ਆਤਮਾ ਦੀ ਜੀਵ ਦੇ ਉੱਤੇ ਉਤਰੇ ਔਰ ਤੁਸੀਂ ਆਜ਼ਾਦ ਹੋ ਜਾਓ ਯਿਸੂ ਮਸੀਹ ਦੇ ਨਾਮ ਵਿੱਚ। ਬੋਲੋ ਆਮੇਨ, हालेलुया। बाइबल लिखा परमेश्वर का वचन 2 धारी तलवार है, और गट ਨੂੰ ਗੁੱਦੇ ਨੂੰ ਪ੍ਰਾਣ ਤੇ ਆਤਮਾ ਨੂੰ ਚੀਰ ਕੇ ਅਲੱਗ ਕਰ ਦਿੰਦਾ ਹੈ। ਅੱਜ ਪਵਿੱਤਰ ਵਚਨ ਤੁਹਾਡੇ ਗੁੱਦੇ ਨੂੰ ਚੀਰ ਰਿਹਾ ਹੈ, ਤੁਹਾਡੀ ਗਟ ਨੂੰ ਚੀਰ ਰਿਹਾ ਹੈ ਔਰ ਤੁਹਾਡੇ ਪ੍ਰਾਣ ਤੇ ਆਤਮਾ ਨੂੰ ਅਲੱਗ ਕਰ ਰਿਹਾ ਹੈ, ਤਾਂ ਕਿ ਤੁਹਾਡਾ ਆਤਮਾ ਪਰਮੇਸ਼ਵਰ ਦੇ ਨਾਲ ਮਿਲ ਜਾਏ, ਤੁਹਾਡਾ ਪ੍ਰਾਣ ਤੁਹਾਡੀ ਆਤਮਾ ਨੂੰ ਕੰਟਰੋਲ ਨਾ ਕਰ ਸਕੇ। ਤੁਹਾਡੀ ਆਤਮਾ ਤੁਹਾਡੇ ਸਰੀਰ ਦਾ ਬੌਸ ਹੋਵੇ, ਨਾ ਕਿ ਤੁਹਾਡਾ ਸਰੀਰ ਤੁਹਾਡੀ ਆਤਮਾ ਦਾ ਬੌਸ ਹੋਵੇ। ਜੇ ਤੁਹਾਡਾ ਆਤਮਾ ਤੁਹਾਡੇ ਸਰੀਰ ਦਾ ਬੌਸ ਹੋਏਗਾ ਤਾਂ ਤੁਸੀਂ ਆਪਣੇ ਆਤਮਾ ਨੂੰ ਕਹੋਗੇ ਉੱਠ ਮੇਰੇ ਸਰੀਰ ਤੇ ਪਰਮੇਸ਼ਰ ਦੀ ਆਰਾਧਨਾ ਕਰ, ਏ ਮੇਰੇ ਪ੍ਰਾਣ ਤੂੰ ਪਰਮੇਸ਼ਰ ਦੀ ਆਰਾਧਨਾ ਕਰ, ਏ ਮੇਰੀ ਆਤਮਾ ਤੂੰ ਪਰਮੇਸ਼ਰ ਦੀ ਆਰਾਧਨਾ ਕਰ, ਤਾਂ ਤੁਸੀਂ ਉੱਠੋਗੇ ਔਰ ਆਰਾਧਨਾ ਕਰੋਗੇ। ਬੋਲੋ ਆਮੇਨ। ਤੁਹਾਡਾ ਜੀਵਨ ਤੁਹਾਡੇ ਕਰੈਕਟਰ ਨੂੰ ਨਿਰਧਾਰਿਤ ਕਰਦਾ ਹੈ, ਤੁਹਾਡੀਆਂ ਆਦਤਾਂ ਤੁਹਾਡੇ ਕਰੈਕਟਰ ਨੂੰ ਬਣਾਉਂਦੀਆਂ ਹਨ। ਤੁਹਾਡੀਆਂ ਆਦਤਾਂ ਕਿਹੋ ਜਿਹੀਆਂ ਹਨ? ਸਭ ਤੋਂ ਵੱਡੀ ਸਮੱਸਿਆ ਹੈ ਲੋਕਾਂ ਦੀ, ਉਹ ਆਪਣੀਆਂ ਆਦਤਾਂ ਨੂੰ ਨਹੀਂ ਬਦਲਦੇ। ਜੇ ਪਹਿਲਾਂ ਵੀ 9 ਵਜੇ ਉੱਠਦੇ ਸਨ, ਅੱਜ ਵੀ 9 ਵਜੇ ਉੱਠਦੇ ਹਨ। ਜੇ ਪਹਿਲਾਂ ਵੀ ਰਾਤ ਨੂੰ 2 ਵਜੇ ਸੌਂਦੇ, ਅੱਜ ਵੀ 2 ਵਜੇ ਸੌਂਦੇ ਹਨ। ਉਹ ਆਦਤਾਂ ਨਾਲ ਬਦਲਿਆ ਕੀ ਹੈ? ਤੁਹਾਡਾ ਘਰ ਬਦਲਿਆ, ਤੁਹਾਡਾ ਜੀਵਨ ਬਦਲਿਆ? ਕਿਉਂ ਨਹੀਂ ਬਦਲਿਆ? ਤੁਹਾਡੀਆਂ ਆਪਣੀਆਂ ਆਦਤਾਂ ਨੂੰ ਨਹੀਂ ਬਦਲਿਆ। ਤੁਸੀਂ ਮਸੀਹ ਨੂੰ ਗ੍ਰਹਿਣ ਕੀਤਾ, ਵਚਨ ਨੂੰ ਗ੍ਰਹਿਣ ਕੀਤਾ, ਲੇਕਿਨ ਵਚਨ ਨੂੰ ਇੰਪਲੀਮੈਂਟ ਨਹੀਂ ਕੀਤਾ। मैं बहुत सारे लोगों को कहा तुसी सवेरे उठो 7 बजे खाना बनाओ, दोपहर 1 बजे बनाओ, रात को 9 बजे बनाओ। लोगों का फिर वही रात सवेरे खाना 12 बजे, दोपहर खाना 6 बजे, रात का खाना 12 बजे। बदलते नहीं तुसी। बाइबल लिखा क्यों तुसी मैनू हे प्रभु कहंदे, मेरी आज्ञा तो मनदे नहीं। आज्ञा तुसी मनदे नहीं, जेड़ा आज्ञा नहीं मनदा ओनू हक भी नहीं हे प्रभु कहण दा, क्योंकि मर्जी तुसी अपनी करनी है। जे असीं व्यक्ति नूं आखदे हां तू आ काम ना कर, वो काम करके ही हटदा तो नुकसान चल के फिर इन्ना मुंह बना के सामने आ जांदा।
जो परमेश्वर दा आत्मा कहता है वो हुंदा है। और अगर तुसी आज्ञा नूं मनोगे हमेशा आजाद रहोगे, हमेशा बंधना तो आजाद रहोगे और छुटकारे विच जाओगे। बोलो आमीन, बोलो आमीन। बाइबल च लिखिया पहला पतरस 1:24 लिखिया कि परमेश्वर यीशु मसीह ने साडे पापां नूं अपनी देह ते लेके वो क्रॉस ते चढ़ गया। और जदों यीशु मसीह ने साडे पापां नूं अपनी देह दे उत्ते लिया वो क्रॉस ते चढ़ गया और उसदे पाप उसदे क्रॉस ते चढ़न दे नाल असी शिफा पाई है। ਉਹਦੇ 39 ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋ ਚੁੱਕੇ ਹਾਂ। ਯੀਸ਼ੂ ਮਸੀਹ ਨੇ ਜਦੋਂ 39 ਕੋੜੇ ਖਾਦੇ, ਇੱਕ ਇੱਕ ਕੋੜਾ ਸਾਡੀ ਸ਼ਿਫਾ ਦੇ ਲਈ ਸੀ, ਇੱਕ ਇੱਕ ਕੋੜਾ ਸਾਡੀ ਰਿਹਾਈ ਦੇ ਲਈ ਸੀ, ਇੱਕ ਇੱਕ ਕੋੜਾ ਸਾਡੀ ਆਜ਼ਾਦੀ ਦੇ ਲਈ ਸੀ। ਹਰ ਇੱਕ ਕੋੜਾ ਜਿਹੜਾ ਯੀਸ਼ੂ ਮਸੀਹ ਨੇ ਆਪਣੇ ਸਰੀਰ ਦੇ ਉੱਤੇ ਖਾਦਾ ਉਹ ਮੇਰੀ ਤੇ ਤੁਹਾਡੇ ਲਈ ਚੰਗਾਈ ਦਾ ਕਾਰਨ ਸੀ। ਬੋਲੋ ਆਮੀਨ, ਹਾਲੇਲੂਇਆ, ਹਾਲੇਲੂਇਆ। इसलिए प्रभु यीशु मसीह कुर्बान हुए, आज भी ओदी कुर्बानी व्यर्थ नहीं है। आज भी ओदा लहू साडे लई छुटकारे दा कारण है। आज भी ओदा बदन साडे लई पवित्रता दा कारण है। आज भी ओदा लहू साडे लई पवित्रता दा कारण है। ओ परमेश्वर ने सानू पापां तो आजाद करके सानू धर्मी बना लिता और जदों सानू धर्मी बनाया असी परमेश्वर दे घराने दे हो गए। जदों असी प्रभु यीशु मसीह नू ग्रहण कीता, प्रभु यीशु मसीह ने सानू अपने पिता दी संतान बना लिता और सानू परमेश्वर दी संतान होने दा हक दिता है। बोलो आमीन, बोलो आमीन। यीशु मसीह वो शब्द है जिहड़ा देहधारी होके साडे विच आया और असीं ओदी महिमा देखी। इहदा परमेश्वर दी महिमा है। यीशु मसीह ने कल्ला शब्द ही नहीं दिता, यीशु मसीह ने अपने आप नूं ही दे दिता, अपना जीवन ही दे दिता, अपनी लाइफ ही दे दी, अपना लहू भी दे दिता, अपना मांस भी दे दिता। हर एक चीज उन्हें अपने को कुछ रखा ही नहीं कि तुसी उहदे लहू दे कारण धर्मी ठहराए जाओ, पवित्र ठहराए जाओ। बोलो आमीन, बोलो आमीन। इसलिए जेड़ा साडा पिता है, बाइबल च लिखा फर्स्ट नंबर 1 साडा परमेश्वर चंगा करने वाला परमेश्वर है। बोलो आमीन। उदा नाम यहोवा राफा है, उदा नाम यहोवा राफा है, चंगा करने वाला परमेश्वर। बोलो आमीन। मसीह दी चंगाई और चंगा करन दा वादा मसीह ने साडे नाल कीता है और असीं उस वादे नूं प्राप्त कर चुके हां। जदों असीं उस वादे नूं प्राप्त कर चुके हां वो वादा साडे लई आशीष दा कारण है। बोलो आमीन। वो वादा साडे लई आशीष दा कारण है। असीं वचन नूं देखांगे भजन संहिता 107 अध्याय 20 आयत। बाइबल च लिखा वह अपने वचन के द्वारा चंगा करता है और जो गड्ढे में पड़े हैं वह उन्हें निकालता है। बोलो आमीन, बोलो आमीन। बाइबल से क्या परमेश्वर यहोवा अपने वचन नूं भेज के चंगा करता है। बोलो आमीन। परमेश्वर यहोवा नूं किसी चीज नूं भेजण दी लोड़ नहीं, किसी चीज नूं भेजण दी लोड़ नहीं। पुराने समय तो ਜਿਹੜੀ सिस्टम चलता आ रहा मैं तुहानूं दसना चाहुंदा हां, तेल ते पानी लोगों ने विश्वास ही उस चीज बना लिया और अपनी प्रार्थना नहीं करनी। बाइबल लिखा वो अपने वचन नूं भेजे चंगा करता है। बोलो आमीन। किदे चंगा करता है, किदे चंगा करता है, अपने वचन नूं भेज के चंगा करता है। इसलिए उसका वचन सामर्थी है, उसके वचन के अंदर सामर्थ है। इसलिए यहोवा परमेश्वर अपना वचन भेज के चंगा करता है। बोलो आमीन। जदों मूसा ने लोकां ने मारा स्थान दे उत्ते पहुंचे जिथे पानी खारा सी और लोग कुड़कुड़ाउण लगे और मूसा ने परमेश्वर की दुहाई दी। परमेश्वर ने वचन भेजिया मूसा तेरे लागे वो पौधा है, उस पौधे नूं चक, उस पेड़ नूं चक ते पानी च पा दे तां पानी मिठा हो जाएगा। बोलो आमीन। उन्हें वचन भेजिया अपना, he sent his word। हालेलुया। जदों मूसा ने बढ़ती हुई झाड़ी देखी तो परमेश्वर ने क्या मूसा जा इजराइल जा मिस्र के अंदर और मिस्रियों लगे कहीं यहोवा परमेश्वर ने मैनू भेजा है जिसका नाम मैं हूं। परमेश्वर ने मूसा नूं की देके भेजा, अपना वचन देके भेजा। बोलो आमीन। इब्राहिम पहाड़ तो की लेके आया, वचन लेके आया। मोरिया पर्वत जो इब्राहिम गया परमेश्वर ने अपने बच्चे को बलिदान कर दे
इब्राहिम रेडी हो गया, वो बलिदान करने लगा। परमेश्वर का स्वर्गदूत आया, उन्हें कहा इब्राहिम अपने हाथ में रोक लिया। परमेश्वर जानता है तो अपने बच्चे तो वध के परमेश्वर ਨੂੰ प्रेम करता है। ਤੁਹਾਡਾ प्रेम किस ਦੇ ਨਾਲ है? ਤੁਹਾਡਾ प्रेम शो करता है कि ਤੁਸੀਂ परमेश्वर ਦੇ ਨਾਲ हो। ਤੁਹਾਡਾ प्रेम ਸਭ ਤੋਂ ਜ਼ਿਆਦਾ ਕਿਹਦੇ ਨਾਲ है? ਸਭ ਤੋਂ ਵੱਧ ਤੁਸੀਂ ਕਿਹਨੂੰ ਪਿਆਰ ਕਰਦੇ ਹੋ? ਇਸ ਲਈ ਬਾਈਬਲ 'ਚ ਲਿਖਿਆ तू अपनी सारे मन ना, सारी बुद्धि ना, सारी शक्ति ना, सारे प्राण देना मैनू प्रेम कर। इब्राहिम ने कीता, इब्राहिम ने कीता, इसलिए उसको विश्वासियों का पिता बनाया, क्योंकि इब्राहिम ने अपने मन दे नाल, अपनी सारी बुद्धि ना, सारी शक्ति ना, सारे प्राण ना परमेश्वर ने प्रेम किया। अपने इकलौते पुत्र को भी उन्हें याद नहीं रखा। परमेश्वर ने मांग लिया कि मैं परमेश्वर देने लिए तैयार हूं। आज परमेश्वर 60 साल के बुढ़े व्यक्ति ਨੂੰ ਲੈਣਾ, लोग रो रो के बेहाल हो जाते। परमेश्वर का जवान बच्चा मांग लिया और रेडी सी। इब्राहिम कुड़कुड़ाया नहीं, इब्राहिम ने नहीं किया, परमेश्वर एक ही दिता है, वो भी मांग लिया। परमेश्वर को इब्राहिम कुछ नहीं बोलिया। इब्राहिम ने अपनी जीव मुंह बंद रखा। इब्राहिम ने परमेश्वर की आज्ञा मन्नी, उन्हें सारी बुद्धि ना, सारी शक्ति ना, सारे प्राण ना परमेश्वर की आज्ञा ਨੂੰ ਮੰਨਿਆ। जेकर तुसी आज्ञा मानते हो, जेकर तुसी परमेश्वर के वचन ਨੂੰ जानते हो, तो परमेश्वर ਤੁਹਾਨੂੰ आजाद करता है। बोलो आमीन, बोलो आमीन। बाइबल 'ਚ लिखा वो अपने वचन ਨੂੰ भेज के चंगा करता है, अपने वचन ਨੂੰ भेज के चंगा करता है। बोलो आमीन। वचन के अंदर लिखा, जैसी एक उदाहरण देखिए परमेश्वर कितना अपने वचन ਨੂੰ भेजता है। बाइबल ਦੇ ਵਿੱਚ ਇੱਕ राजा है हिजकिया, यशाया नबी। परमेश्वर आखदा है, यशाया ਨੂੰ आखदा है हिजकिया ਦੇ ਕੋਲ ਜਾ ਕੇ ਕਹਿ ਧਰਤੀ ਉੱਤੇ तेरे दिन खत्म हो चुके हैं। ਅਸੀਂ वचन ਨੂੰ पढ़िए। दूसरा राजा 20 अध्याय, दूसरा राजा अपनी बाइबल ਨੂੰ खोलो 20 अध्याय, उसकी 1 आयत तो लेकर 7 आयत तक पढ़ांगे। उन दिनों में हिजकिया ऐसा रोगी हुआ कि वह मरने पर था, और आमोस के पुत्र यशाया भविष्यवक्ता ने उसके पास जाकर कहा, यहोवा यूं कहता है अपने घराने के विषय में, जो आज्ञा तुझे देनी है वह दे, क्योंकि तू नहीं बचेगा, तू मर जाएगा। यशाया नबी हिजकिया राजे को जाता है, और हिजकिया राजे ने जाके कहता है कि जो भी तू आज्ञा अपने घर वालों को देनी है दे दे, क्योंकि तू बचेगा नहीं, तू मर जाएगा। वचन कितों आया? यहोवा परमेश्वर दे कोलों। बाइबल लिखा हिजकिया राजा तब उसने दीवार की ओर मुंह फेर कर यहोवा से प्रार्थना करके कहा, हे यहोवा मैं विनती करता हूं, स्मरण कर, मैं सच्चाई और खरे मन से अपने को तेरे सन्मुख जानकर चलता आया हूं, जो तुझे अच्छा लगता है मैं वही करता आया हूं। तब हिजकिया फूट फूट कर रोया। तब ऐसा हुआ यशाया आंगन के बीच तक जाने भी ना पाया था। यहोवा का वचन उसके पास पहुंचा, लौटकर मेरी प्रजा के प्रधान हिजकिया से कह, तेरे मूल पुरुष दाऊद का परमेश्वर यहोवा यूं कहता है, मैंने तेरी प्रार्थना सुन ली है, मैंने तेरे आंखों आंसू देखे हैं, देख मैं तुझे चंगा करता हूं, और परसों तू परमेश्वर के भवन में जा सकेगा। और परमेश्वर ने कहा, मैं तेरी आयु को 15 वर्ष बढ़ा देता हूं। बोलो आमीन। परमेश्वर ने जब हिजकिया रोया और हिजकिया ने प्रार्थना की थी, परमेश्वर मैं तेरे सामने सन्मुख, तेरे सन्मुख पवित्र ते निर्दोष चलता आया हूं, खरे मानना चलता आया हूं। तो परमेश्वर ने कहा यशाया नु, अजे यशाया डेढ़ी तक ही पहुंचा सी, परमेश्वर ने दोबारा यशाया नु कहा, जा जाके मेरे दास हिजकिया नु कह दे, मैं तेरी उम्र दे 15 साल बढ़ा देते हैं, ते परसों तू परमेश्वर दे भवन में जा सकेगा, तू नहीं मरेगा, मैं तेरी उम्र दे 15 साल बढ़ा देते हैं। कौन किसी की उम्र को बढ़ा सकता है? यहोवा परमेश्वर। कोई मनुख किसी मनुख की उम्र को नहीं बढ़ा सकता। यहोवा परमेश्वर उम्र ਨੂੰ ਵਧਾ ਸਕਦਾ है। उन्हें हिजकिया राजे दी उम्र ਨੂੰ 15 साल बढ़ा देता। और बाइबल में लिखा, यशाया ने कहा, अंजीरों की टिकिया लो, उन्हें लेकर फोड़े पर बांध, तू चंगा हो जाएगा। और बाइबल में लिखा, उन्हें कीता वो चंगा हो गया। बोलो आमीन।
परमेश्वर अपने वचन ਨੂੰ ਭੇਜ ਕੇ ਚੰਗਾ ਕਰਦਾ ਹੈ। परमेश्वर अपने वचन ਨੂੰ ਭੇਜ ਕੇ ਛਡਾਉਂਦਾ ਹੈ। ਬਾਈਬਲ 'ਚ ਲਿਖਿਆ ਜੋ ਖੱਡੇ ਵਿੱਚ ਪਏ ਹਨ, ਜੋ ਟੋਏ ਵਿੱਚ ਪਏ ਹਨ, ਜੋ ਸਮੱਸਿਆ ਵਿੱਚ ਹਨ, परमेश्वर ਆਪਣਾ ਹੱਥ ਵਧਾ ਕੇ ਉਹਨਾਂ ਨੂੰ ਬਾਹਰ ਕੱਢ ਲੈਂਦਾ ਹੈ। ਬੋਲੋ ਆਮੇਨ, ਬੋਲੋ ਆਮੇਨ। बाइबल च लिखिया यिर्मयाह की पुस्तक 30 अध्याय 17 ਵਿੱਚ लिखिया कि मैं तेरा इलाज करके तेरे जख्मां ਨੂੰ चंगा करांगा। यहोवा दी ये बाणी है। यहोवा परमेश्वर ने कहा मैं तेरा इलाज करके तेरे जख्मां ਨੂੰ चंगा करांगा। अगर ਤੁਹਾਡੇ शरीर ਵਿੱਚ ਜ਼ਖਮ भी ਹਨ, अगर ਤੁਹਾਡੇ हार्ट ਵਿੱਚ भी ਜ਼ਖਮ ਹਨ, अगर ਤੁਹਾਡੇ अंदरूनी शरीर ਦੇ ਅੰਦਰ ਜ਼ਖਮ ਹਨ ਤਾਂ परमेश्वर ਕਹਿੰਦਾ ਹੈ मैं ਆਪਣੇ वचन ਨੂੰ ਭੇਜ ਕੇ ਤੇਰੇ ਜ਼ਖਮਾਂ ਨੂੰ ਚੰਗਾ ਕਰਾਂਗਾ। बोलो आमेन। कुछ जख्म तो शरीर च होंदे हन, कुछ जख्म मन च लगे हन। वो मन दे जख्मां नूं भी चंगा करदा है, वो मन दी समस्या नूं भी चंगा करदा है। जो रोग तुहाडे मन नूं लगा है वो उस रोग नूं भी चंगा करदा है। बोलो आमेन, बोलो आमेन। जदों होशे ने परमेश्वर के प्रार्थना की, होशे नबी नूं परमेश्वर ने कहा तू चाहे मैनूं नहीं भी जानदा। होशे की पुस्तक 11:3 च लिखिया परमेश्वर कहता चाहे तू मैनू नहीं भी जानता तद भी मैं तेरा चंगा करने वाला यहोवा परमेश्वर हां। चाहे तुम उन्होंने जानते हो चाहे नहीं भी जानते। कई लोग पहले दिन आते हैं, पहले दिन चंगे हो जाते, वो नहीं जानते लेकिन चंगे हो जाते हैं। क्यों? वो यहोवा परमेश्वर चंगा करने वाला परमेश्वर है। वो कहता चाहे तू मैनू नहीं भी जानता फिर भी मैं तेनू चंगा करांगा, तेरे जख्मां नूं हील करांगा, तेरे प्राण नूं हील करांगा, तेरी आत्मा नूं हील करांगा और तेरे मन नूं चंगा करांगा। बोलो आमीन। क्योंकि साडा यहोवा परमेश्वर चंगा करने वाला खुदा है। बोलो आमीन। नंबर 2 साडा प्रभु यीशु मसीह चंगा करने वाला खुदा है। बोलो आमीन, बोलो आमीन। बाइबल च लिखिया जे तुसी लूका दी पुस्तक नूं खोलो, लूका दी पुस्तक 4 अध्याय उदी 18 आयत नूं पढ़ो। वचन च लिखिया प्रभु का आत्मा मुझ पर है इसीलिए कि उसने कंगालों को सुसमाचार सुनाने के लिए मेरा अभिषेक किया। मुझे इसलिए भेजा मैं बंदियों के छुटकारे का और अंधों के दृष्टि पाने का सुसमाचार प्रचार करूं और कुचले हुओं को छुड़ाऊं और प्रभु के प्रसन्न रहने का प्रचार करूं। बोलो आमीन। यीशु मसीह जो भवन के अंदर गए, जो आराधनालय में गए तो प्रभु यीशु मसीह ने जाके वचन पढ़िया यहोवा का आत्मा मुझ पर है, उसने मुझे कंगालों को सुसमाचार सुनाने के लिए मेरा अभिषेक किया है। मुझे इसलिए भेजा कि मैं बंदियों को छुड़ाऊं और अंधों को दृष्टि पाने का सुसमाचार सुनाऊं। बोलो आमीन, बोलो आमीन। बाइबल च लिखिया परमेश्वर का पुत्र धरती ते इसलिए प्रकट होया वो शैतान दे कम्मां दा नाश करे और कुचले हुए लोकां नूं छुड़ा लवे, जो अंधेरे विच बैठे उन्हां नूं आजाद कर देवे, जो गुलामी विच बैठे उन्हां नूं आजाद कर देवे, जो बंधनां विच बैठे उन्हां नूं आजाद कर देवे, जो बीमारियां विच उन्हां नूं आजाद कर देवे। परमेश्वर दा पुत्र इसलिए प्रकट होया और शैतान दे कम्मां दा नाश करे। आज सारे शैतानी काम तेरे जीवन च नाश हो जाण, हर एक रोग तेरे जीवन च चला जाए, हर एक बोझ तेरे जीवन च चला जाए। जिन्हां भी जादू टोना तंत्र मंत्र तेरे ते कीता है मैं यीशु मसीह के नाम विच तेरी लाइफ विचों कैंसल करदा, रद्द करदा यीशु मसीह के नाम विच। जिन्हें लोग तेरे विरोध विच खड़े हैं परमेश्वर का हाथ बढ़े और तुसी छुट जाओ, आजाद हो जाओ और परमेश्वर की ज्योति तेरे ते चमके और तेरा मुंह प्रकाशमान हो जाए यीशु मसीह के नाम विच। जिता सूरज का प्रकाश तो पैर तक बहुत ही चले जाता है, तेरा प्रकाश बढ़ जाए यीशु मसीह के नाम विच। बोलो आमीन, हालेलुया। साडा प्रभु चंगा करने वाला परमेश्वर है। इसलिए यशाया भी ये गल नूं कहंदा है, यशाया 61 च यहोवा का आत्मा मुझ पर है, उसने सुसमाचार सुनाने के लिए मेरा अभिषेक किया। मुझे मेरा अभिषेक इसलिए कि मैं बंदियों को छुड़ाऊं। आमीन, आमीन, आमीन। अगर तुसी मसीह दे अंदर हो, मैनूं ध्यान नाल सुनना, और 5 साल तो तुहाडा अपना छुटकारा नहीं होया तो किसी नूं की छुड़ाऊं। 10 साल तो 15 साल तो अपना छुटकारा नहीं होया, ਉਹਦੇ ਪਿੱਛੇ ਕਾਰਨ ਹੈ ਤੁਹਾਡੀਆਂ ਆਪਣੀਆਂ ਬੁਰੀਆਂ ਆਦਤਾਂ, ਉਹਨਾਂ ਨੂੰ ਤੁਸੀਂ ਛੱਡਿਆ ਨਹੀਂ। ਆਪਣੀ ਬੁਰੀ ਸੰਗਤ ਉਹਨੂੰ ਤੁਸੀਂ ਛੱਡਿਆ ਨਹੀਂ। ਹੋ ਸਕਦਾ ਹੈ ਅਜੇ ਤੱਕ ਵੀ ਤੁਸੀਂ ਦੁੱਧ ਪੀਣ ਵਾਲੇ ਹੋ। ਮੈਂ ਸੋਚਦਾ ਸ਼ਾਇਦ ਤੁਸੀਂ ਅੰਨ ਖਾਣ ਵਾਲੇ ਬਣ ਗਏ। ਅੰਨ ਸਿਆਣਿਆਂ ਲਈ ਹੈ, ਦੁੱਧ ਨਿਆਣਿਆਂ ਲਈ ਹੈ। परमेश्वर जो जिस व्यक्ति ਨੂੰ ਛਡਾਉਂਦਾ है ਉਹਨੂੰ परमेश्वर ਕੱਲਾ ਛਡਾਉਂਦਾ ਹੀ नहीं, ਉਹਨੂੰ ਛਡਾਉਣ ਵਾਲਾ भी बना ਦਿੰਦਾ है। बोलो आमीन, बोलो आमीन। वचन च लिखिया प्रेरितां दे काम दे विच
कि परमेश्वर ने यीशु नासरी ਨੂੰ ਪਵਿੱਤਰ ਆਤਮਾ ਦੇ ਨਾਲ ਅਭਿਸ਼ੇਕ ਕੀਤਾ। परमेश्वर ने यीशु नासरी ਨੂੰ ਪਵਿੱਤਰ ਆਤਮਾ ਦੇ ਨਾਲ ਅਭਿਸ਼ੇਕ ਕੀਤਾ। ਉਸ ਸ਼ੈਤਾਨ ਦੇ ਜਕੜਿਆਂ ਨੂੰ, ਸ਼ੈਤਾਨ ਦੇ ਜਕੜੇ ਹੋਏ ਨੂੰ ਆਜ਼ਾਦ ਕਰਦਾ ਫਿਰਿਆ ਔਰ ਉਹਨੇ ਸ਼ੈਤਾਨ ਦੇ ਜਕੜੇ ਹੋਏ ਲੋਕਾਂ ਨੂੰ ਆਜ਼ਾਦ ਕੀਤਾ। ਬੋਲੋ ਆਮੀਨ। ਪ੍ਰੇਰਿਤਾਂ ਦੇ ਕੰਮ 10:38 ਆਏ। ਉਹਨਾਂ ਨੇ ਲੋਕਾਂ ਨੂੰ ਆਜ਼ਾਦ ਕੀਤਾ ਜਿਹੜੇ ਸ਼ੈਤਾਨ ਦੇ ਜਕੜੇ ਹੋਏ ਸਨ, ਜਿਹੜੇ ਗੁਲਾਮੀ ਜਕੜੇ ਹੋਏ ਸਨ, ਜਿਹੜੇ ਬੰਦਰਾਂ ਜਕੜੇ ਹੋਏ ਸਨ, ਉਹਨੇ ਆਜ਼ਾਦ ਕੀਤਾ ਉਹਨਾਂ ਲੋਕਾਂ ਨੂੰ, ਕਿਉਂਕਿ ਪਰਮੇਸ਼ਰ ਦੀ ਸਾਮਰਥ ਉਹਦੇ ਨਾਲ ਸੀ। ਯੀਸ਼ੂ ਮਸੀਹ ਦੇ ਨਾਲ ਪਰਮੇਸ਼ਰ ਸੀ। ਜਿੱਥੇ ਯੀਸ਼ੂ ਮਸੀਹ ਜਾਂਦਾ ਸੀ ਉੱਥੇ ਪਰਮੇਸ਼ਰ ਜਾਂਦਾ ਸੀ। ਬੋਲੋ ਆਮੀਨ, ਬੋਲੋ ਆਮੀਨ, ਹਾਲੇਲੂਇਆ। ਅਸੀਂ ਸੌਂਗ ਗਾਉਂਦੇ ਹਾਂ ਬਹੁਤ ਸਮੇਂ, ਜਦੋਂ ਅਸੀਂ ਸੌਂਗ ਗਾਉਂਦੇ ਹਾਂ, ਯਿਸੂ ਮੇਰੇ ਨਾਲ ਨਾਲ ਰਹਿੰਦਾ ਏ, ਡਰ ਨਾ ਮੈਨੂੰ ਬਸ ਕਹਿੰਦਾ ਏ। ਜੇ ਤੁਸੀਂ ਗਾਉਂਦੇ ਹੋ ਉਹਨੂੰ ਆਤਮਾ 'ਚ ਮਹਿਸੂਸ ਕਰਦੇ ਹੋ ਤੁਸੀਂ ਉਸ ਚੀਜ਼ ਨੂੰ ਕਿ ਯੀਸ਼ੂ ਮੇਰੇ ਨਾਲ ਨਾਲ ਹੈ ਔਰ ਜਿੱਥੇ ਮੈਂ ਜਾਂਦਾ ਹਾਂ ਯੀਸ਼ੂ ਮੇਰੇ ਨਾਲ ਜਾਂਦਾ ਹੈ। ਜੇ ਯੀਸ਼ੂ ਮਸੀਹ ਤੁਹਾਡੇ ਨਾਲ ਜਾਂਦਾ ਹੈ ਤਾਂ ਤੁਹਾਡੀ ਅੱਖ ਮੈਲੀ ਨਹੀਂ ਹੋ ਸਕਦੀ, ਤੁਹਾਡਾ ਕੰਨ ਮੈਲਾ ਨਹੀਂ ਹੋ ਸਕਦਾ, ਤੁਹਾਡਾ ਮਨ ਮੈਲਾ ਨਹੀਂ ਹੋ ਸਕਦਾ। ਜੇ ਮੈਲਾ ਹੈ ਤਾਂ ਯੀਸ਼ੂ ਮਸੀਹ ਨਹੀਂ ਹੈ। ਜੇ ਦਿਲ ਮੈਲਾ ਹੈ, ਦਿਲ ਵਿੱਚ ਮੈਲ ਹੈ ਤਾਂ ਯੀਸ਼ੂ ਮਸੀਹ ਨਹੀਂ ਹੈ। ਉਹ ਸਿਰਫ ਗਾ ਰਿਹਾ ਹੈ, ਐਕਟਿੰਗ ਕਰ ਰਿਹਾ ਹੈ। ਐਕਟਿੰਗ ਕੋਈ ਵੀ ਐਕਟਰ ਕਰ ਸਕਦਾ, ਪਰ ਉਹਨੂੰ ਚੀਜ਼ ਨੂੰ ਮਹਿਸੂਸ ਕਰਨਾ, ਉਸ ਵਚਨ ਨੂੰ ਹਿਰਦੇ 'ਚ ਲੈ ਕੇ ਜਾਣਾ, ਉਹ ਵਚਨ ਨੂੰ ਅੰਦਰ ਵਸਾ ਲੈਣਾ, ਆਪਣੇ ਮਨ 'ਚ ਰੱਖਣਾ। ਤੁਸੀਂ ਜਿੱਥੇ ਜਾਓਗੇ ਪਰਮੇਸ਼ਰ ਤੁਹਾਡੇ ਨਾਲ ਜਾਏਗਾ। ਜਿੱਥੇ ਪੈਰ ਰੱਖੋਗੇ ਪਰਮੇਸ਼ਰ ਦਾ, ਇਹ ਤੁਹਾਡਾ ਨਹੀਂ ਪਰਮੇਸ਼ਰ ਦਾ ਪੈਰ ਹੋਏਗਾ। ਹਾਲੇਲੂਇਆ, ਹਾਲੇਲੂਇਆ। ਸਾਡੇ ਕੋਲ ਇਦਾਂ ਦੀਆਂ ਬੜੀਆਂ ਗਵਾਹੀਆਂ ਹਨ ਜਿਹੜੀਆਂ ਅਸੀਂ ਗਵਾਹੀਆਂ ਨਹੀਂ ਦਿੰਦੇ। ਕੁਝ ਗਵਾਹੀਆਂ ਗੁਪਤ ਵਿੱਚ ਹਨ, ਅਸੀਂ ਨਹੀਂ ਦਿੰਦੇ, ਪਰ ਬੜੀਆਂ ਜ਼ਬਰਦਸਤ ਗਵਾਹੀਆਂ ਹਨ। ਤੁਹਾਨੂੰ ਪੁਲਪਟ ਤੇ ਸਾਰੀਆਂ ਗਵਾਹੀਆਂ ਨਹੀਂ ਮਿਲਦੀਆਂ। ਅਸੀਂ ਸਾਰੀਆਂ ਗਵਾਹੀਆਂ ਇੱਥੇ ਨਹੀਂ ਦਿੰਦੇ, ਕੁਝ ਗਵਾਹੀਆਂ ਦਿੰਦੇ ਹਾਂ, ਕੁਝ ਗਵਾਹੀਆਂ ਅਸੀਂ ਨਹੀਂ ਦਿੰਦੇ, ਕਿਉਂਕਿ ਅਸੀਂ ਆਪਣੀ TRP ਨਹੀਂ ਵਧਾਉਣੀ। TRP ਵਧਾਉਣ ਵਾਲਾ ਸਵਰਗ ਦੇ ਅੰਦਰ ਬੈਠਾ ਹੈ। ਪਰਮੇਸ਼ਵਰ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ। ਜੇ ਤੁਸੀਂ ਉਹਦੇ ਨਾਲ ਚੱਲੋਗੇ ਉਹ ਪਰਮੇਸ਼ਵਰ ਤੁਹਾਡੇ ਨਾਲ ਚੱਲੇਗਾ ਔਰ ਤੁਹਾਡੇ ਵਿੱਚੋਂ ਦੀ ਕੰਮ ਕਰੇਗਾ, ਤੁਹਾਡੀਆਂ ਅੱਖਾਂ ਵਿੱਚੋਂ ਦੀ ਦੇਖੇਗਾ, ਤੁਹਾਡੇ ਹੱਥਾਂ ਨਾਲ ਛੂਏਗਾ, ਤੁਹਾਡੇ ਪੈਰਾਂ ਨਾਲ ਚੱਲੇਗਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਜਦੋਂ ਤੁਸੀਂ ਪੂਰੀ ਤਰ੍ਹਾਂ ਆਪਣੇ ਸਰੀਰ ਨੂੰ ਯੀਸ਼ੂ ਮਸੀਹ ਨੂੰ ਦੇ ਦਿੰਦੇ ਹੋ, ਤੇ ਤੁਹਾਡਾ ਸਰੀਰ ਫਿਰ ਤੁਹਾਡਾ ਨਹੀਂ, ਤੁਹਾਡੇ ਅੰਗ ਤੁਹਾਡੇ ਨਹੀਂ, ਤੁਹਾਡੇ ਅੰਗ ਤੁਹਾਡੇ ਨਹੀਂ। ਬਾਈਬਲ 'ਚ ਲਿਖਿਆ, ਪੌਲੁਸ ਕਹਿੰਦਾ ਹੈ ਆਪਣੇ ਉਹਨਾਂ ਅੰਗਾਂ ਨੂੰ ਮਾਰ ਸੁੱਟੋ ਜਿਹੜੇ ਪਰਮੇਸ਼ਰ ਦੇ ਵਿਰੋਧ ਵਿੱਚ ਕੰਮ ਕਰਦੇ ਹਨ। ਆਪਣੇ ਉਹਨਾਂ ਅੰਗਾਂ ਨੂੰ ਮਾਰ ਦਿਓ। ਵਿਚਾਰ, ਦੁਸ਼ਟ ਕਾਮਨਾ, ਬੁਰੀਆਂ ਸੋਚਾਂ, ਨਫ਼ਰਤ, ਈਰਖਾ, ਲੁਚਪਨ, ਆਪਣੇ ਉਹਨਾਂ ਅੰਗਾਂ ਨੂੰ ਮਾਰ ਦਿਓ ਜਿਹੜੇ ਪਰਮੇਸ਼ਰ ਦੇ ਵਿਰੋਧ ਵਿੱਚ ਹਨ ਔਰ ਆਪਣੇ ਅੰਗਾਂ ਨੂੰ ਪਰਮੇਸ਼ਰ ਦੇ ਲਈ ਹਥਿਆਰ ਬਣਾ ਕੇ ਸੌਂਪ ਦਿਓ। ਤੁਹਾਡੇ ਅੰਗ, ਤੁਹਾਡੀ ਬਾਡੀ ਪਰਮੇਸ਼ਰ ਦੇ ਲਈ ਇੱਕ ਹਥਿਆਰ ਹੈ ਔਰ ਤੁਹਾਡੇ ਸਰੀਰ ਦੇ ਅੰਗ ਪਰਮੇਸ਼ਰ ਦੇ ਲਈ ਹਥਿਆਰ ਹਨ। ਅਗਰ ਤੁਸੀਂ ਆਪਣੇ ਸਰੀਰ ਨੂੰ ਪਵਿੱਤਰ ਮਨ ਪਾਉਂਦਾ ਪਰਮੇਸ਼ਰ ਨੂੰ ਬਲਿਦਾਨ ਕੇ ਚੜਾ ਦਿੱਤਾ ਹੈ ਤਾਂ ਪਰਮੇਸ਼ਰ ਤੁਹਾਡੇ ਵਿੱਚੋਂ ਦੀ ਕੰਮ ਕਰੇਗਾ। ਉਹ ਤੁਹਾਡੇ ਵਿੱਚੋਂ ਦੀ ਦੇਖੇਗਾ ਔਰ ਤੁਹਾਡੇ ਅੰਦਰੋਂ ਕੰਮ ਕਰੇਗਾ। ਬੋਲੋ ਆਮੀਨ। ਲੇਕਿਨ ਸਮੱਸਿਆ ਹੈ, ਜਿੱਦਾਂ ਹੀ ਤੁਸੀਂ ਸੰਡੇ ਤੋਂ ਬਾਅਦ ਆਪਣੇ ਘਰ ਜਾਂਦੇ ਹੋ, ਸੰਡੇ ਵਾਲੇ ਦਿਨ ਬਹੁਤ ਸਾਰੇ ਲੋਕ ਚਿੱਟੇ ਕੱਪੜੇ ਪਾ ਕੇ ਆਉਂਦੇ ਹਨ, ਮੈਂ ਵੀ ਪਾਏ ਹਨ। ਸੰਡੇ ਵਾਲੇ ਦਿਨ ਚਿੱਟੇ ਕਬੂਤਰ, ਤੇ ਮੰਡੇ, ਟਿਊਜ਼ਡੇ, ਵੈਡਨਸਡੇ, ਥਰਸਡੇ, ਫਰਾਈਡੇ, ਸੈਟਰਡੇ। ਸੰਡੇ ਵਾਲੇ ਦਿਨ ਸਵਰਗਦੂਤ ਤੇ ਬਾਕੀ ਦਿਨਾਂ 'ਚ ਭੂਤ। ਕਿਉਂ? ਕਿਉਂਕਿ ਬਾਕੀ ਦਿਨ ਮੂੰਹ 'ਚੋਂ ਗੰਦੀਆਂ ਗਾਲਾਂ ਵੀ ਨਿਕਲਦੀਆਂ ਹਨ, ਬਾਕੀ ਦਿਨਾਂ ਦੇ ਵਿੱਚ ਗੰਦੇ ਸ਼ਬਦ ਵੀ ਨਿਕਲਦੇ ਹਨ, ਬਾਕੀ ਦਿਨਾਂ 'ਚ ਇਦਾਂ ਵੀ ਕਹਿੰਦੇ ਹਾਂ ਤੂੰ ਆ ਜਰਾ ਬਾਹਰ ਨਿਕਲ, ਤੈਨੂੰ ਦੱਸਦਾ ਮੈਂ। ਜਿਹੜੀ ਤੁਹਾਡੀ ਆਪਣਾ ਕਰੈਕਟਰ ਹੈ ਉਹ ਤੁਹਾਡੇ ਕਰੈਕਟਰ ਨੂੰ, ਤੁਹਾਡੀਆਂ ਆਦਤਾਂ ਜਿਹੜੀਆਂ ਹਨ ਤੁਹਾਡੇ ਕਰੈਕਟਰ ਨੂੰ ਖਰਾਬ ਕਰਦੀਆਂ ਹਨ। ਹਾਲੇਲੂਇਆ, ਹਾਲੇਲੂਇਆ। ਜੇ ਮਸੀਹੀ ਵਿਅਕਤੀ ਨਾਲ ਝਾੜੂ ਲੈ ਕੇ ਲੜੇ ਤਾਂ ਮੈਂ ਕੀ ਸਮਝਾਂਗਾ ਉਹਨਾਂ ਨੂੰ? ਉਹ ਆਪਣੀ ਗਲੀ ਦੇ ਅੰਦਰ। ਜੇ ਮਸੀਹੀ ਵਿਅਕਤੀ ਨਾਲ ਲੜੇ, ਕਿ ਉਹ ਦੋਨੋਂ ਮਸੀਹੀ ਹਨ? ਨਹੀਂ ਮਸੀਹੀ। ਜੇ ਤੁਹਾਡਾ ਆਪਣੀ ਜੀਭ ਤੇ ਕੰਟਰੋਲ ਨਹੀਂ, ਜੇ ਤੁਹਾਡਾ ਆਪਣੇ ਦਿਲ ਤੇ ਕੰਟਰੋਲ ਨਹੀਂ, ਕਿਉਂਕਿ ਯਿਰਮੀਆ ਆਖਦਾ ਹੈ ਦਿਲ ਚੰਚਲ ਹੈ ਔਰ ਜਿੱਥੇ ਮਰਜ਼ੀ ਬਹਿ ਜਾਂਦਾ। ਕਿਉਂ? ਜਿੱਦਾਂ ਸ਼ਿਮਸ਼ੋਨ ਜਿੱਥੇ ਗਿਆ ਉੱਥੇ ਹੀ
ਢੇਰੀ ਬਾਈਬਲ 'ਚ ਕੀ ਲਿਖਿਆ, ਉਹਦਾ ਅੰਤ ਕੀ ਹੋਇਆ? ਉਹਦੀਆਂ ਅੱਖਾਂ ਫੋੜ ਦਿੱਤੀਆਂ ਗਈਆਂ, ਮਰ ਗਿਆ। ਕਿਉਂ? ਉਹਦਾ ਜੀਵਨ ਵਿਭਚਾਰ ਸੀ। लेकिन परमेश्वर ने उन्हें अपनी नाजीर करके बनाया सी। परमेश्वर की नाजीर सी। परमेश्वर ने ना बल दिता सी। एक जबड़े दे गधे दे हड्डी नाल उन्हें 1000 लोगों को मार दिता। एडी सामर्थ उहदे अंदर सी, लेकिन उन्हें सामर्थ का गलत इस्तेमाल किया। परमेश्वर अपने लोगों को सामर्थ नहीं चाहता है, उहदे लोग उहदी सामर्थ का इस्तेमाल करन। लेकिन परमेश्वर पहले चेक करता है, मैनू सामर्थ दमा और ना दमा। परमेश्वर ने शाऊल नूं चुनिया, शाऊल बिगड़ गया। परमेश्वर ने दाऊद नूं चुनिया, दाऊद शैतान दे ट्रैप च फस गया। तुहाडा जीवन परमेश्वर दे हत्थां विच है। तुसीं अपनी लाइफ नूं देखना है, तुसीं अपनी लाइफ नूं पवित्र रख के परमेश्वर नाल चलना है। बिना पवित्रता के तुसीं परमेश्वर नूं देख नहीं सकदे। बाइबल च लिखिआ जिन्हां दे मन शुद्ध हन परमेश्वर नूं देखणगे। तुसीं परमेश्वर नूं देख सकदे हो। तुहाडा मन शुद्ध होना चाहिए है, तुहाडीआं अखां शुद्ध होनी चाहिए हैं, तुहाडा जीवन शुद्ध होना चाहिए है। यू विल सी गॉड। तुसीं देखोगे परमेश्वर। बोलो आमीन। सारे दे सारे शुद्ध नहीं, कुछ लोग हैं जिहड़े परमेश्वर के खिलाफ चलते हैं। परमेश्वर चंगा करने वाला परमेश्वर है और छुड़ाने वाला परमेश्वर है। साडा यीशु मसीह चंगा करने वाला परमेश्वर है और छुड़ाने वाला परमेश्वर है। बोलो आमीन, बोलो आमीन। पतरस ने यीशु मसीह ने कहा, प्रभु यीशु मसीह ये तेरे लिए मरना भी पड़े, मैं मरने लिए तैयार हां। यीशु मसीह कहा, चुप कर पतरस, 2 बार मांग रहे तो पहला 3 बार इनकार करेगा मेरा। पतरस रोया। परमेश्वर के नाल चलना तलवार की धार दे चलना है। परमेश्वर का चलना बहुत सौखा है जे तुसी पवित्रता चलोगे। परमेश्वर का चलना बहुत औखा है जे तुसी पाप विच रह के चलोगे, क्योंकि पाप परमेश्वर दे नाल चलण दे लई चल नहीं सकदा। पाप दे नाल भर के तुसी परमेश्वर नाल चल ही नहीं सकदे। पवित्र रह के तुसी परमेश्वर नाल चल सकदे हो। बोलो आमीन। साडा प्रभु चंगा करने वाला परमेश्वर है। बाइबल च लिखिआ, जे असीं मती दी पुस्तक नूं देखीए, मती दी पुस्तक 14 अध्याय उहदी 14 आयत जे असीं वचन नूं पढ़ीए, बाइबल दे विच लिखिआ है, उसने निकलकर बड़ी भीड़ देखी, उन पर तरस खाया और उन बीमारों को चंगा किया। बोलो आमीन। यीशु मसीह जिथे भी गए, यीशु मसीह ने लोगों को चंगा किया। जे गिरसेनिया च गए, वो कब्रां विच रहण वाले व्यक्ति नूं प्रभु यीशु मसीह ने चंगा किया। जे प्रभु यीशु मसीह बैतसैदा गए, 38 साल के अधरंगी ने चंगा किया। जिथे यीशु मसीह गए उस जगह ते प्रभु यीशु मसीह ने चंगा किया। चंगाई प्रभु यीशु मसीह दी आदत है। चंगाई प्रभु यीशु मसीह दा करैक्टर है। करैक्टर समझदे? बहुत सारे लोग मैनूं कहंदे हन, बाकी तुसीं दस सकदे हो, कहंदे पास्टर तुसीं हमेशा हसदे रहंदे। इट इज माई हैबिट, ये मेरी आदत है। कई लोग रोंदे ही रहंदे, उन्हां दी आदत है। आप हसना अपनी आदत बनाओ, खुश रहना अपनी आदत बनाओ, दुखों में भी खुश रहना सीखो। ये सीखना पड़ेगा, ये प्रैक्टिस है। विश्वास एक एक्सरसाइज है। विश्वास करना भी एक एक्सरसाइज है। तुसीं कली प्रैक्टिस करदे, एक्सरसाइज करदे तो लगदा यही एक्सरसाइज है, यही प्रैक्टिस है। विश्वास भी एक प्रैक्टिस है। जिन्होंने शद्रक मेशक अबदनगो ने किया, प्रैक्टिस की, उन्होंने अपने विश्वास की। दानियल ने अपने विश्वास की प्रैक्टिस की थी, वो प्रैक्टिस विच लेके गए। परमेश्वर उस प्रैक्टिस विच उन्हां दे नाल सी। अगर तुसी विश्वास की प्रैक्टिस करोगे, परमेश्वर ने तुसी अपने नाल पाओगे, परमेश्वर दूतां नूं अपने नाल पाओगे और पवित्र आत्मा अपने नाल पाओगे। बहुत सारे लोग विश्वास विच फेल हो गए। शिमशोन फेल हो गया अपने विश्वास के अंदर। जेड़ा विश्वास फेल होया, आउट हो गया। वो प्लेयर नहीं रहिंदा, ऑडियंस चला जाता है, आउट। अगर तुसी परमेश्वर नाल चलदे हो, पवित्रता ही ना चलते हो, परमेश्वर तुहानू प्लेयर विच लेके आएगा। लेकिन जे तुसी पाप विच रहोगे, परमेश्वर चक के तुहानू ऑडियंस च मारेगा। ये तुहाडे ते निर्भर करता है। तुसी परमेश्वर नाल सही नहीं चले, तुहाडा जीवन परमेश्वर दे नाल सही नहीं रहा। लख लोग औकड़ा आउणगियां, बहुत सारियां समस्यावां आउणगियां, बहुत सारियां कंडीशनस इदां दियां होणगियां जिथे शैतान तुहानू इंसिस्ट करेगा, शैतान तुहानू मोटिवेट करेगा, बोल गलत बोल, गलत बोल, गलत बोल। तुम अपने मुंह नू बंद रखोगे, बचाए जाओगे। मुंह नू खोलिया, फस जाओगे। उन्हें कहा, हवा नू कहा, शैतान ने उकसाया जाके, आप पेड़ के फल नू खा, जे तू खाएंगी परमेश्वर के बराबर हो जाएंगी, तेरी बुद्धि तो समझ खुल जाएगी, तू परमेश्वर के बराबर हो जाएंगी। उन्हें शैतान की आवाज दूसरे पेड़ का फल उनके खाता और उन्हें उस शब्दों के नाल अपने पति नू भी दिता। उन्हें बोले अपने पति नू भी क्या होगा कि खा के बहुत मिठा, तुम ही खा। तुहाडे शब्द तुहाडे लई जाल दा कारण बनदे हन।
ਤੁਹਾਡੇ ਸ਼ਬਦ ਆਜ਼ਾਦੀ ਦਾ ਕਾਰਨ ਬਣਦੇ ਹਨ। ਇਹ ਯੀਸ਼ੂ ਮਸੀਹ ਤੁਹਾਡੇ ਨਾਲ ਹੈ ਕਿਉਂਕਿ ਯੀਸ਼ੂ ਮਸੀਹ ਚੰਗਾ ਕਰਨ ਵਾਲਾ ਪਰਮੇਸ਼ਵਰ ਹੈ। ਬੋਲੋ ਆਮੇਨ, ਬੋਲੋ ਆਮੇਨ। ਜਦੋਂ ਬਿਮਾਰ ਪ੍ਰਭੂ ਯੀਸ਼ੂ ਮਸੀਹ ਕੋਲ ਆਉਂਦੇ ਸਨ, ਬਾਈਬਲ 'ਚ ਲਿਖਿਆ, ਜੇ ਤੁਸੀਂ ਮਤੀ ਦੀ ਪੁਸਤਕ 14 ਅਧਿਆਇ ਉਹਦੀ 34, 35, 36 ਆਇਤ ਨੂੰ ਦੇਖੋ, ਬਹੁਤ ਸਾਰੇ ਲੋਕ ਬਿਮਾਰਾਂ ਨੂੰ ਪ੍ਰਭੂ ਯੀਸ਼ੂ ਮਸੀਹ ਕੋਲ ਲੈ ਕੇ ਆਏ ਔਰ ਅੰਧੇ, ਗੂੰਗੇ, ਲੰਗੜੇ, ਬਹੁਤ ਸਾਰੇ ਬਿਮਾਰ ਲੋਕ ਲੈ ਕੇ ਆਏ। ਬੈੱਡ ਤੇ ਪਏ ਹੋਏ ਲੋਕਾਂ ਨੂੰ, ਮੰਜੇ ਤੇ ਪਏ ਹੋਏ ਲੋਕਾਂ ਨੂੰ ਲੈ ਕੇ ਆਏ। ਉਹ ਆ ਕੇ ਸਿਰਫ ਯੀਸ਼ੂ ਮਸੀਹ ਨੂੰ ਕਹਿੰਦੇ, ਪ੍ਰਭੂ ਯੀਸ਼ੂ ਮਸੀਹ ਕੇਵਲ ਇੱਕ ਕੰਮ ਕਰ, ਸਾਡੇ ਨਾਲ ਆਪਣੇ ਵਸਤਰ ਨੂੰ ਛੂ ਲੈਣ ਦੇ, ਆਪਣੇ ਵਸਤਰ ਨੂੰ ਛੂ ਲੈਣ ਦੇ, ਆਪਣੇ ਵਸਤਰ ਨੂੰ ਛੂ ਲੈਣ ਦੇ। ਔਰ ਬਾਈਬਲ 'ਚ ਲਿਖਿਆ, ਜਿੰਨੇ ਲੋਕਾਂ ਨੇ ਦੇ ਵਸਤਰ ਨੂੰ ਛੂਇਆ ਸਾਰੇ ਦੇ ਸਾਰੇ ਚੰਗੇ ਹੋ ਗਏ। ਉਹ ਸਾਡਾ ਪਰਮੇਸ਼ਰ ਯੀਸ਼ੂ ਮਸੀਹ ਚੰਗਾ ਕਰਨ ਵਾਲਾ ਪਰਮੇਸ਼ਰ ਹੈ, ਉਹ ਆਜ਼ਾਦ ਕਰਨ ਵਾਲਾ ਪਰਮੇਸ਼ਰ ਹੈ, ਉਹ ਤੁਹਾਡੇ ਮਨਾਂ ਨੂੰ ਸਾਫ਼ ਕਰਨ ਵਾਲਾ ਪਰਮੇਸ਼ਰ ਹੈ। ਉਹ ਆਪਣੇ ਲਹੂ ਦੇ ਨਾਲ ਆਪਣੇ ਲੋਕਾਂ ਨੂੰ ਧੋ ਦਿੰਦਾ ਹੈ, ਆਪਣੇ ਲਹੂ ਦੇ ਨਾਲ ਆਜ਼ਾਦ ਕਰ ਦਿੰਦਾ ਹੈ ਔਰ ਆਪਣੇ ਲਹੂ ਦੇ ਨਾਲ ਸ਼ਿਫਾ ਦਿੰਦਾ ਹੈ ਔਰ ਛੁਟਕਾਰਾ ਦਿੰਦਾ ਹੈ। ਉਹਦਾ ਲਹੂ ਸਾਨੂੰ ਪਵਿੱਤਰ ਕਰਦਾ ਹੈ। ਅਸੀਂ ਆਪਣੇ ਆਪ ਤੋਂ ਪਵਿੱਤਰ ਨਹੀਂ ਹੋ ਸਕਦੇ, ਆਪਣੇ ਆਪ ਤੋਂ ਧਰਮੀ ਠਹਿਰਾਏ ਨਹੀਂ ਜਾ ਸਕਦੇ, ਆਪਣੇ ਆਪ ਤੋਂ ਪਵਿੱਤਰ ਨਹੀਂ ਹੋ ਸਕਦੇ। ਜਦੋਂ ਅਸੀਂ ਉਹਦੇ ਬਦਨ ਤੇ ਲਹੂ ਨੂੰ ਗ੍ਰਹਿਣ ਕਰਦੇ ਹਾਂ, ਉਹ ਸਾਨੂੰ ਲਗਾਤਾਰ ਧਰਮੀ ਬਣਾਉਂਦਾ ਹੈ, ਉਹ ਸਾਨੂੰ ਲਗਾਤਾਰ ਪਵਿੱਤਰ ਬਣਾਉਂਦਾ ਹੈ। ਔਰ ਸਾਡੇ ਦੀ ਪਵਿੱਤਰਤਾ ਹੀ ਸਾਡੇ ਵਿੱਚੋਂ ਬਹਿੰਦੀ ਹੈ ਤਾਂ ਚੰਗਾਈ ਦੀ ਸਾਮਰਥ ਵੀ ਨਾਲ ਬਹਿੰਦੀ ਹੈ, ਚੰਗਾਈ ਦੀ ਅੱਗ ਵੀ ਨਾਲ ਬਹਿੰਦੀ ਹੈ ਔਰ ਉਹ ਅੱਗ ਦੇ ਨਾਲ ਲੋਕ ਚੰਗੇ ਹੁੰਦੇ ਹਨ। ਬੋਲੋ ਆਮੇਨ, ਹਾਲੇਲੂਇਆ, ਹਾਲੇਲੂਇਆ। नंबर 1, साडा परमेश्वर यहोवा राफा चंगा करने वाला परमेश्वर है। नंबर 2, प्रभु यीशु मसीह चंगा करने वाले परमेश्वर हैं। नंबर 3, पवित्र आत्मा चंगा करने वाला परमेश्वर है। पवित्र आत्मा चंगा करता है। परमेश्वर यीशु मसीह ने कहा, मैं जा रहा हां लेकिन मैं तुहाडे लई पवित्र आत्मा नूं भेजांगा जो सर्वदा तुहाडे नाल रहेगा, जो सदा तुहाडे नाल रहेगा। पवित्र आत्मा, बोलो आमीन। बाइबल च लिखिया, तुसीं एक वचन नूं खोलो, रोमियो दी पुस्तक 8 अध्याय ਉਹਦੀ 11 आयत, वचन च लिखा, यदि उसका आत्मा जिसने यीशु को मरे हुओं में से जलाया तुम में बसा हुआ है, तो जिसने मसीह को मरे हुओं में से जलाया वह तुम्हारी नश्वर देहों को भी अपने आत्मा के द्वारा जो तुम में बसा हुआ है जलाएगा। बोलो आमीन। जिस पवित्र आत्मा ने प्रभु यीशु मसीह ਨੂੰ ਤੀਸਰੇ ਦਿਨ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ, ਉਹੀ ਆਤਮਾ ਸਾਡੇ ਵਿੱਚ ਵਸਿਆ ਹੋਇਆ ਹੈ। ਉਹੀ ਪਵਿੱਤਰ ਆਤਮਾ ਯੀਸ਼ੂ ਮਸੀਹ ਨੇ ਵਾਅਦਾ ਕੀਤਾ, ਮੈਂ ਜਾ ਰਿਹਾ ਹਾਂ ਲੇਕਿਨ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਤੁਹਾਨੂੰ ਬੇਸਹਾਰਾ ਨਹੀਂ ਛੱਡਾਂਗਾ, ਤੁਹਾਨੂੰ ਗੁਲਾਮ ਨਹੀਂ ਛੱਡਾਂਗਾ, ਤੁਹਾਨੂੰ ਰੋਗੀ ਨਹੀਂ ਛੱਡਾਂਗਾ, ਤੁਹਾਨੂੰ ਬੇਸਹਾਰਾ ਨਹੀਂ ਰਹਿਣ ਦਵਾਂਗਾ। ਮੈਂ ਤੁਹਾਡੇ ਲਈ ਆਪਣਾ ਆਤਮਾ ਭੇਜਾਂਗਾ, ਪਵਿੱਤਰ ਆਤਮਾ। बोलो आमीन। जे तुसीं दी आत्मा नूं ग्रहण कर लिया, ओदी आत्मा नूं अपने अंदर लै लिया और ओदा आत्मा, पवित्र आत्मा चंगा करन वाला परमेश्वर है। बोलो आमीन, बोलो आमीन। जिस दिन तुसीं बपतिस्मा लेंदे हो उस दिन परमेश्वर ने अपने पवित्र आत्मा के द्वारा तुहाडी आत्मा के उत्ते मोहर दी है और तुहाडा आत्मा मोहर बंद कर देता है और तुहाडे अंदरों मोहर चमकदी है। वो आत्मा की मोहर जिहड़ी लगी है चमकदी है और शैतान देखता है और शैतान उस व्यक्ति को छड़ के भज जाता है क्योंकि उहदे उत्ते पवित्र आत्मा की मोहर लगी हुई है, उहदे उत्ते परमेश्वर की मोहर लगी हुई है और वो मोहर चमकदी है। हालेलुया, हालेलुया। इसलिए जब तुसी बपतिस्मा ले लिया उस तो बाद पाप नहीं करना, उस तो बाद तुहाडी अख पाप ना करे, तुहाडी जीभ पाप ना करे, तुहाडे कान पाप ना करन, तुहाडा मन पाप ना करे, तुहाडा दिल पाप ना करे, तुहाडी सोचां पाप ना करन, तुहाडी कल्पनावां पाप ना करन, ईवन दन सपनियां विच भी पाप ना करो। अगर किते भी तुहानू सपने अंदर गलत सपना आउंदा है, बुरा सपना आउंदा है, उठ के उहनू डांटो, कैंसल करो अपनी लाइफ चों और परमेश्वर दी अग नूं उतारो। उस तो बाद वो सपना तुहानू नहीं आएगा। अपनी रखवाली करो, अपने विश्वास की रखवाली करो, अपनी आत्मा की रखवाली करो, अपने प्राण की रखवाली करो और जिहड़ा पवित्र आत्मा तुहानू दिता गया है वो पवित्र आत्मा तुहाडे नाल तुहाडी रखवाली करेगा। बोलो आमीन, बोलो आमीन। इसलिए पवित्र आत्मा चंगा करने वाला परमेश्वर है। जब पेंतीकोस्त दा दिन आया 120 लोग एक जगह ते इकट्ठे सन, वो एक मन ते एक चित्त सन। बाइबल च लिखा पवित्र आत्मा उन्हां पर उतर आया और वो अन्य भाषावां विच भर गए और जिस प्रकार पवित्र आत्मा ने बोलने की सामर्थ दी, बाइबल च लिखा जिस प्रकार पवित्र आत्मा ने उन्होंने बोलने की सामर्थ दी वो अन्य भाषा विच बोलने लगे और हर एक व्यक्ति जिहड़ा उस संसार थां दे उत्ते सी वो अपने देश की भाषा नूं सुणदा सी।
हालेलुया, हालेलुया। कल शाम ਨੂੰ ਬਹੁਤ ਜ਼ਿਆਦਾ ਤੂਫਾਨ ਸੀ ਇਸ ਜਗ੍ਹਾ ਦੇ ਉੱਤੇ। ਟੈਂਟ ਲੱਗਾ ਹੋਇਆ ਸੀ, ਰਾਤ ਨੂੰ ਅਸੀਂ ਇੱਥੇ ਪ੍ਰਾਰਥਨਾ ਕਰ ਰਹੇ ਸਾਂ ਔਰ ਮੈਂ ਦੇਖਿਆ ਪਰਮੇਸ਼ਵਰ, ਜਦੋਂ ਮੈਂ ਪ੍ਰਾਰਥਨਾ ਕਰ ਰਿਹਾ ਸੀ ਮੈਂ ਦੇਖਿਆ ਪਰਮੇਸ਼ਵਰ ਦਾ ਆਤਮਾ ਇੰਨੀ ਸਾਮਰਥ ਨਾਲ ਉਤਰਿਆ ਕਿ ਮੈਂ ਆਪਣੇ ਆਪ ਤੋਂ ਬਾਹਰ ਹੋ ਗਿਆ। ਜਦੋਂ ਪਵਿੱਤਰ ਆਤਮਾ ਤੁਹਾਡੇ ਉੱਪਰ ਉਤਰਦਾ ਹੈ, ਜਦੋਂ ਪਰਮੇਸ਼ਵਰ ਦੀ ਸਾਮਰਥ ਤੁਹਾਡੇ ਉੱਤੇ ਉਤਰਦੀ ਹੈ ਔਰ ਤੁਸੀਂ ਆਜ਼ਾਦ ਹੋ ਜਾਂਦੇ ਹੋ ਔਰ ਤੁਹਾਡੇ ਦੁਆਰਾ ਲੋਕ ਆਜ਼ਾਦ ਹੁੰਦੇ ਹਨ, ਕਿਉਂਕਿ ਪਵਿੱਤਰ ਆਤਮਾ ਤੁਹਾਡੇ ਉੱਪਰ ਆ ਕੇ ਠਹਿਰ ਚੁੱਕਾ ਹੈ। ਬੋਲੋ ਆਮੇਨ, ਬੋਲੋ ਆਮੇਨ। परमेश्वर ने मूसा ਨੂੰ 40 ਸਾਲ ਪਹਿਲਾਂ ਅਲੱਗ ਰੱਖਿਆ। ਪਰਮੇਸ਼ਵਰ ਨੇ मूसा ਨੂੰ 40 ਸਾਲ ਇਸ ਲਈ ਅਲੱਗ ਰੱਖਿਆ ਕਿ मूसा ਮੇਰੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣ ਸਕੇ। ਚਾਹੇ 100 ਲੋਕ ਵੀ ਬੋਲਦੇ ਹੋਣ ਤਦ ਵੀ ਪਰਮੇਸ਼ਵਰ ਦੀ ਆਵਾਜ਼ ਨੂੰ मूसा ਸੁਣ ਸਕੇ। ਪਰਮੇਸ਼ਵਰ ਦੇ ਲੋਕ ਉਹ ਹਨ ਜਿਹੜੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਨ। ਕਿਹੜੇ ਲੋਕ ਹਨ ਪਰਮੇਸ਼ਵਰ ਦੇ? ਬੋਲੋ, ਕਿਹੜੇ ਲੋਕ ਹਨ ਪਰਮੇਸ਼ਵਰ ਦੇ? ਜਿਹੜੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹਨ। ਸ਼ੈਤਾਨ ਦੇ ਕੋਲ ਬਹੁਤ ਸਾਰੇ ਟੂਲ ਹਨ ਲੋਕਾਂ ਨੂੰ ਫਸਾਉਣ ਦੇ ਲਈ। ਸ਼ੈਤਾਨ ਕੀ ਕਰਦਾ ਹੈ? ਜੇ ਮੰਨ ਲਓ ਸੰਡੇ ਨੂੰ ਪ੍ਰਾਰਥਨਾ ਹੈ, ਸ਼ੈਤਾਨ ਰੈਣਕ ਬਾਜ਼ਾਰ ਵਿੱਚ ਸੇਲ ਲਾ ਦੇਗਾ, ਅੱਧੇ ਲੋਕ ਸੇਲ 'ਚ ਮਿਲਣਗੇ ਲੋਕ ਕਿ ਉਹਨਾਂ ਨੂੰ ਕੱਪੜੇ ਸਸਤੇ ਚਾਹੀਦੇ ਹਨ। ਉਹ ਤੁਹਾਡੇ ਦਿਮਾਗ ਨੂੰ ਟਵਿਸਟ ਕਰਦਾ ਹੈ, ਦਿਮਾਗ ਨਾਲ ਖੇਡਦਾ ਹੈ ਸ਼ੈਤਾਨ। ਕਦੀ ਵੀ ਉਹ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਨਾਲ ਲੜ ਨਹੀਂ ਸਕਦਾ ਕਿਉਂਕਿ ਉਹ ਹਾਰਿਆ ਹੋਇਆ ਹੈ। ਉਹ ਤੁਹਾਡੇ ਦਿਮਾਗ ਨਾਲ ਖੇਡਦਾ ਹੈ, ਤੁਹਾਡੀਆਂ ਸੋਚਾਂ ਨਾਲ ਖੇਡਦਾ ਹੈ, ਤੁਹਾਡੇ ਵਿਚਾਰਾਂ ਨਾਲ ਖੇਡਦਾ ਹੈ ਔਰ ਤੁਹਾਨੂੰ ਸੋਚ ਦਿੰਦਾ ਹੈ, ਤੁਸੀਂ ਉਸ ਸੋਚ ਦੇ ਪਿੱਛੇ ਚੱਲ ਪਵੋ। ਹਾਲੇਲੂਇਆ, ਹਾਲੇਲੂਇਆ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਉਹਦੇ ਵਿੱਚ ਸ਼ੈਤਾਨ ਹੈ। ਉਹ 'ਚ ਸ਼ੈਤਾਨ ਨਹੀਂ, ਸ਼ੈਤਾਨ ਉਹਦੀ ਆਦਤ ਬਣਾ ਕੇ ਉਹਨੇ ਚਲਾ ਵੀ ਗਿਆ। ਉਹਨੇ ਉਹਦੀ ਆਦਤ ਸ਼ਰਾਬ ਪੀਣ ਦੀ ਬਣਾਤੀ, ਉਸ ਤੋਂ ਬਾਅਦ ਉਹਨੂੰ ਛੱਡ ਕੇ ਚਲਾ ਵੀ ਗਿਆ। ਹੁਣ ਬੰਦਾ ਖੁਦ ਸ਼ਰਾਬ ਪੀਂਦਾ ਹੈ। ਹਾਲੇਲੂਇਆ। ਇਸ ਲਈ ਜਦੋਂ ਉਹਨੇ ਗਲਤ ਆਦਤ ਬਣਾਤੀ, ਗਲਤ ਆਦਤ ਡਿਵੈਲਪ ਕਰ ਦਿੱਤੀ ਬੰਦੇ ਦੀ, ਹੁਣ ਉਹ ਆਦਤ ਗਲਤ ਡਿਵੈਲਪ ਹੋ ਗਈ। ਹੁਣ ਉਹ ਵਿਅਕਤੀ ਪਰਮੇਸ਼ਵਰ ਦੇ ਕੰਮ ਦਾ ਨਹੀਂ ਰਿਹਾ ਕਿਉਂਕਿ ਉਹਦੀ ਆਦਤ ਵਿਗੜ ਚੁੱਕੀ ਹੈ, ਉਹਦਾ ਸਟਰਕਚਰ ਵਿਗੜ ਚੁੱਕਾ ਹੈ, ਉਹਦੀ ਸੋਚ ਵਿਗੜ ਚੁੱਕੀ ਹੈ, ਉਹਦਾ ਮਨ ਵਿਗੜ ਚੁੱਕਾ ਹੈ। ਬਾਈਬਲ 'ਚ ਲਿਖਿਆ ਜਦੋਂ ਵਿਗੜੀ ਹੋਈ परिस्थिति हुंदी है उस जगह पे पवित्र आत्मा मंडलांदा है। जदों पृथ्वी बेडोल दे सुनसान सी, जदों पृथ्वी बेडोल दे सुनसान सी, जदों पृथ्वी बिगड़ी हुई सी तां पवित्र आत्मा मंडलाया और उन्हें पृथ्वी को शेप दी। आज बिगड़े हुए लोगों को परमेश्वर शेप देगा। आज पवित्र आत्मा बिगड़े हुए को शेप देगा। आज पवित्र आत्मा उजड़े हुए शेप देगा। अगर तुम्हारे कार उजड़े हुए हैं, अगर तुम्हारा परिवार उजड़े हुआ है, तुम्हारा मन उजड़े हुआ है, तुम्हारी लाइफ बिगड़ी हुई है, तुम्हारा कार बिगड़िया हुआ है, तुम्हारा सोचा बिगड़िया हुआ है, बच्चे बिगड़े हुए हैं, पवित्र आत्मा ने भी शेप देगा। तेरे घर में, तेरे परिवार में, तेरे सोचा में, विचारों पवित्र आत्मा ने भी शेप दे रहा है। पवित्र आत्मा ने भी शेप दे रहा है। पवित्र आत्मा कब्जा ले रही है यीशु मसीह के नाम में। जेडे लोग बिगड़े हुए हैं पवित्र आत्मा उन्हें शेप दे रहा है, एक नवी शेप दे रहा है। तेरे सोचा होते, तेरे विचारों होते कब्जा कर रहा है पवित्र आत्मा और तुम एक नवी शेप दे रहा है। पवित्र आत्मा की सामने अपना बढ़ जाओ। अरे अरे करा बोलिया, अरे बाबा अभिषेक की सामने तड़े दोतरे, अभिषेक की तड़े दोतरे और बिगड़े हुए लोग चंगे हो जाएंगे यीशु मसीह के नाम में और सुधर जाएंगे यीशु मसीह के नाम में। पवित्र आत्मा तो को नवी शेप दे यीशु मसीह के नाम के अंदर। बोलो आमीन, हालेलुया, हालेलुया। ਤੁਹਾਡੀ ਮਰਜ਼ੀ ਹੈ ਤੁਸੀਂ ਪਰਮੇਸ਼ਵਰ ਨਾਲ ਕਿੱਦਾਂ ਚੱਲਣਾ ਹੈ। ਅਗਰ ਤੁਸੀਂ ਸਾਮਰਥ ਨਾਲ ਚੱਲਣਾ ਚਾਹੁੰਦੇ ਹੋ, अगर तुसी मूसा दी नहीं चलना चाहते हो, यहोशू दी नहीं चलना चाहते हो, एलिया दी नहीं चलना चाहते हो, उन्हें लाठी बधाई पे समुद्र दो पार हो गया। यहोशू ने कहा मेरे कहे बिना सूरज और चंद्रमा हिल नहीं सकते। एलिया ने कहा मेरे कहे बिना बारिश नहीं होगी। मैं तुहानू कहा इन कम मानो तुसी यीशु मसीह दे नाल डुगरी चर्च विच देखोगे यीशु मसीह नाम विच और डुगरी चर्च नु परमेश्वर इस्तेमाल करेगा, तुहानू परमेश्वर इस्तेमाल करेगा। ये लोग इस्तेमाल होना चाहते हैं अपने अपने परमेश्वर नु सौंपण, परमेश्वर तुहाडा इस्तेमाल करेगा, तुहाडा इस्तेमाल करेगा और तुहानू यूज करेगा। एलिया दे मानन, मूसा दे मानन परमेश्वर इस्तेमाल करेगा। परमेश्वर इस्तेमाल करना चाहता अपने लोगों नु, परमेश्वर इस्तेमाल करना चाहता है और मूसा नु लभदा है। आज भी परमेश्वर यहोशू लभदा है, आज भी ये लभदा है। एलिया बन जाओ, यहोशू बन जाओ, मूसा बन जाओ, बन जाओ, बन जाओ, बन जाओ। यीशु मसीह के नाम में बन जाओ, यीशु मसीह के नाम में सैमुअल बन जाओ, सैमुअल बन जाओ, सैमुअल बन जाओ। In Jesus name we pray. Amen.
ਹਾਲੇਲੂਇਆ। ਕੀ ਤੁਹਾਨੂੰ ਗੁੱਸਾ ਨਹੀਂ ਆਉਂਦਾ? ਤੁਸੀਂ ਉਹਨਾਂ ਬਿਮਾਰੀਆਂ ਵਿੱਚ ਫਸੇ ਹੋਏ, ਪ੍ਰੋਬਲਮ 'ਚ ਫਸੇ ਹੋਏ, ਬੰਧਨਾਂ 'ਚ ਫਸੇ ਹੋਏ, ਗੁਲਾਮੀ 'ਚ ਫਸੇ ਹੋ, ਕੀ ਤੁਹਾਨੂੰ ਗੁੱਸਾ ਨਹੀਂ ਆਉਂਦਾ ਸ਼ੈਤਾਨ ਦੇ ਉੱਤੇ? ਕੀ ਤੁਹਾਨੂੰ ਗੁੱਸਾ ਨਹੀਂ ਆਉਂਦਾ? ਜੇ ਆਉਂਦਾ ਹੈ ਤਾਂ ਘੁਟਨਿਆਂ ਨੂੰ ਟੇਕਣਾ ਸ਼ੁਰੂ ਕਰੋ। ਰੋਜ਼ 2 ਘੰਟੇ, 3 ਘੰਟੇ, 5 ਘੰਟੇ, 8 ਘੰਟੇ, 10 ਘੰਟੇ, ਕੀ ਤੁਹਾਡਾ ਮੂੰਹ ਸੂਰਜ ਦੇ ਮਾਨੀ ਚਮਕੇ, ਲੋਕਾਂ ਨੂੰ ਦੇਖ ਕੇ ਕਿ ਤੂੰ ਪਰਮੇਸ਼ਰ ਦਾ ਬੰਦਾ ਹੈ, ਤੂੰ ਪਰਮੇਸ਼ਰ ਦਾ ਜਨ ਹੈ, ਤੂੰ ਪਰਮੇਸ਼ਰ ਦਾ ਜਨ ਹੈ। ਤੁਹਾਨੂੰ ਕਹਿਣ ਦੀ ਲੋੜ ਨਾ ਪਵੇ, ਤੁਹਾਨੂੰ ਕਹਿਣ ਦੀ ਜ਼ਰੂਰਤ ਨਹੀਂ, परमेश्वर साबित करेगा। हालेलुया, हालेलुया। मैं गल्लां बातां दा प्रचार पसंद नहीं करता। बाइबल च लिखिया पौलुस आखदा मेरे वचन दे सामर्थ दा प्रमाण है। तुहाडा जीवन इहो जिहा होना चाहिदा है, परमेश्वर दे नाल चलण वाला जीवन। तुहाडू छूण वाले लोग, तुहाडे नाल रहण वाले लोग बदल जाण। तुहाडे नाल रहण वाला बंदा किस दे नाल बदलिया है? हाथ खड़ा करो। तुहाडे नाल जिहड़ा बंदा तुहाडे नाल काम करदा, तुहाडा कोलीग, तुहाडे नाल जाण वाली, तुहाडे स्कूल दी फ्रेंड, ਤੁਹਾਡੇ ਸਕੂਲ ਦਾ ਦੋਸਤ, ਆਫਿਸ ਦਾ ਦੋਸਤ, ਤੁਹਾਡਾ ਗੁਆਂਢੀ, ਤੁਹਾਡੇ ਨਾਲ ਰਹਿਣ ਵਾਲਾ ਬੰਦਾ ਬਦਲਿਆ ਕਿਸੇ ਦਾ ਕਾਰਨ ਕੀ ਹੈ? ਤੁਸੀਂ ਰਾਈਟ ਪੋਜੀਸ਼ਨ 'ਚ ਨਹੀਂ ਹੋ। ਯਿਸੂ ਮਸੀਹ ਦੇ ਨਾਲ ਚੇਲੇ ਆਏ, 12 ਬਦਲ ਗਏ। 12 ਚੇਲਿਆਂ ਨਾਲ ਲੋਕ ਆਏ, ਬਦਲ ਗਏ। ਕਿੰਨੇ ਲੋਕ ਬਦਲੇ? 12 ਚੇਲਿਆਂ ਨੇ। ਤੁਹਾਡੇ ਨਾਲ ਰਹਿਣ ਵਾਲੇ ਲੋਕ ਬਦਲਨੇ ਚਾਹੀਦੇ ਹਨ। ਸ਼ੈਤਾਨ ਵੀ ਬਦਲਦਾ ਹੈ। ਸਵਰਗ ਦੇ ਅੰਦਰ ਸ਼ੈਤਾਨ ਨੇ 1/3 ਲੋਕਾਂ ਨੂੰ ਬਦਲਿਆ, ਸਭ ਤੋਂ ਕੱਟ ਕੇ ਧਰਤੀ ਤੇ ਸੁੱਟਿਆ। 1/3 ਉਹ ਵੀ ਬਦਲਦਾ ਹੈ ਲੋਕਾਂ ਨੂੰ। ਉਹ ਵੀ ਦੰਦ ਪੀਸਣ ਲਈ ਬਦਲਦਾ ਹੈ। ਉਹ ਵੀ ਲੋਕਾਂ ਨੂੰ ਅੱਖ ਮਟਕੇ ਕਰਨ ਲਈ ਬਦਲਦਾ ਹੈ। ਉਹ ਵੀ ਲੋਕਾਂ ਨੂੰ ਵਿਭਚਾਰ ਕਰਨ ਲਈ ਬਦਲਦਾ ਹੈ। ਉਹ ਵੀ ਲੋਕਾਂ ਦੇ ਅੰਗਾਂ ਨੂੰ ਫੜਨ ਲਈ ਬਦਲਦਾ ਹੈ। ਉਹ ਵੀ ਲੋਕਾਂ ਨੂੰ ਪਰੇਸ਼ਾਨ ਕਰਨ ਲਈ, ਉਹਨਾਂ ਨੂੰ ਨੁਕਸਾਨ ਕਰਨ ਲਈ, ਉਹਨਾਂ ਨੂੰ ਗੰਦਗੀ 'ਚ ਭੇਜਣ ਲਈ ਬਦਲਦਾ ਹੈ। लेकिन तुसी परमेश्वर दे पवित्र लोग हो, तुसी परमेश्वर दे धर्मी लोग हो। जे तुसी परमेश्वर दे पवित्र कौम हो, जे तुसी परमेश्वर दी धर्मी कौम हो, जे तुसी पवित्र लोग हो, तां तुहाडे द्वारा लोग बदलने चाहिए हैं। तुहाडे सुभाव नाल लोग बदलने चाहिए हैं। तुहाडे करैक्टर नाल लोग बदलने चाहिए हैं। तुहाडीआं आदतां ਦੀਆਂ तांगे चाहिए हैं। तुहानू देख के लोग बदलन। बोलो आमीन। ਤੁਹਾਨੂੰ ਮਿਲਣ ਲਈ ਲੋਕ ਤਰਸਣੇ ਚਾਹੀਦੇ ਹਨ। ਤੁਹਾਨੂੰ ਮਿਲਣ ਲਈ ਲੋਕਾਂ ਦਾ ਮਨ ਕਰਨਾ ਚਾਹੀਦਾ ਹੈ। ਮੈਂ ਉਹਨੂੰ ਜਾ ਕੇ ਮਿਲਾਂ, ਮੇਰਾ ਜੀਵਨ ਬਦਲ ਜਾਏਗਾ। ਮੈਂ ਅਗਰ ਉਹਨੂੰ ਜਾ ਕੇ ਮਿਲਿਆ, ਮੇਰੀ ਲਾਈਫ ਬਦਲ ਜਾਏਗੀ। ਅਗਰ ਮੈਂ ਉਹਨੂੰ ਮਿਲਿਆ, ਮੇਰਾ ਘਰਾਨਾ ਬਦਲ ਜਾਏਗਾ। ਏਦਾਂ ਹੀ ਨਹੀਂ, ਤੁਹਾਡਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ ਹੈ। ਲੋਕ ਤੁਹਾਨੂੰ ਮਿਲਣ ਲਈ ਤਰਸਣ, ਲੋਕ ਸੋਚਣ ਅਗਰ ਮੈਂ ਉਹਨੂੰ ਮਿਲਿਆ, ਡੈਫੀਨੇਟਲੀ ਮੈਂ ਬਦਲਾਂਗਾ। नामान कोड़ी आराम तो चलिया, इजराइल में आया। और इजराइल में अलीशा नबी को इसलिए आया सी आके नचे टपे दे कोल। अलीशा नबी को आया सी इजराइल में, उन्हें इजराइल तो लेके आराम तक ਉਹਦਾ ਨਾਮ ਸੁਣਿਆ ਸੀ। एक नबी रहंदा अलीशा, ਉਹਦੇ ਕੋਲ जाएगा तो चंगा हो जाएगा। और जब अलीशा को आया, अलीशा का जर्दन में जाके 7 डुबकियां मार, उन्हें डुबकियां मार गया, तोड़ चला गया और नक्शा आया, वापस आया। तेरा जीवन परिवर्तन करने वाला जीवन होना चाहिए है। तेरा जीवन बदलने वाला जीवन होना चाहिए है। अगर जो व्यक्ति तेरे छू ले चंगा होना चाहिए है। बोलो आमीन, हालेलुया। जेकर तुसी बदलना चाहते हो, ਅਸੀਂ ਤੁਹਾਨੂੰ ਬਦਲਣ ਲਈ ਤਿਆਰ ਹਾਂ। सेवा का मतलब वेदता मर गया की है संसार लई मर गए, मसीह लई जी उठे। संसार लई, मसीह लई, संसार लई, मसीह लई जी उठे। हालेलुया। जे मैं जीवित हाँ तो मसीह लई, जे मरांगा वो भी मसीह लई। जे जिंदा हाँ तो मसीह लई। मेरा जीवित रहना भी मसीह है ते मर जाना भी लाभ है। तुहाडा जिंदा रहना भी मसीह है ते मर जाना भी लाभ है। लेकिन तुसी किस लिए जिंदा हो? तुसी केड़े काम करन लिए जिंदा हो? हालेलुया। बाइबल च लिखिया, वचन नूं असीं पढ़दे हां, प्रेरितां दे काम 5 अध्याय उदी 15 ते 16 आयत। बाइबल च लिखिया, यहां तक कि लोग बीमारों को सड़कों पर ला लाकर खाटों और खटोलों पर लिटा देते थे। जब पतरस आए तो उसकी छाया उन पर पड़े, उन पर किसी पर भी पड़ जाए। तो यरूशलेम और आसपास के नगरों में बहुत लोग बीमारों को और अशुद्ध आत्मा के स्थायियों को ला लाकर इकट्ठे कर देते थे। बाइबल लिखा, और सब अच्छे कर दिए जाते थे। बोलो आमीन। बहुत सारे लोगों ਨੂੰ ਲੋਕ ਲੈ ਕੇ ਆਉਂਦੇ ਜਿਹੜੇ ਬਿਮਾਰ ਸਨ, ਦੁਸ਼ਟ ਆਤਮਾ ਨਾਲ ਗ੍ਰਸਤ ਸਨ। ਤੇ ਲੈ ਕੇ ਆਉਂਦੇ, ਖਟੋਲਿਆਂ ਤੇ ਲੈ ਕੇ ਆਉਂਦੇ ਔਰ ਸੜਕ ਵਿੱਚ ਲਿਟਾ ਦਿੰਦੇ ਕਿ ਪਤਰਸ ਉੱਥੋਂ ਦੀ ਲੰਘੇ, ਪਤਰਸ ਦੀ ਛਾਂ ਉਹਨਾਂ ਤੇ ਪਵੇ, ਉਹ ਲੋਕ ਚੰਗੇ ਹੋ ਜਾਣ। ਬੋਲੋ ਆਮੇਨ, ਬੋਲੋ ਆਮੇਨ, ਬੋਲੋ ਆਮੇਨ। ਜੇ ਪਤਰਸ ਦੀ ਛਾਂ ਨਾਲ ਲੋਕ ਚੰਗੇ ਹੋ ਸਕਦੇ ਹਨ ਤੇ ਸਾਡੀ ਛਾਂ ਨਾਲ ਚੰਗੇ ਕਿਉਂ ਨਹੀਂ ਹੋ ਸਕਦੇ?
पतरस दे नाल जेड़ा पवित्र आत्मा सी ओही पवित्र आत्मा साडे नाल है। जेड़ा पवित्र आत्मा यीशु मसीह दे नाल सी ओही पवित्र आत्मा साडे नाल है। जिस पवित्र आत्मा ने द्वारा यीशु मसीह ने लाजर नु मुर्दे विचों जिंदा कीता, जिस पवित्र आत्मा ने द्वारा यीशु मसीह ने अन्य नु खा दिया, जिस पवित्र आत्मा ने द्वारा यीशु मसीह ने लाजर नु आवाज मारी और लाजर चादर दा मुर्दा जिंदा हो गया, ओही पवित्र आत्मा पतरस दे नाल सी, ओही पवित्र आत्मा साडे नाल है। ओ पवित्र आत्मा तुहाडे नाल काम करेगा, ओ पवित्र आत्मा तुहाडे नाल काम करेगा, ओ पवित्र आत्मा तुहाडे नाल काम करेगा यीशु मसीह दे नाम दे अंदर। बोलो आमीन, हालेलुया, हालेलुया, हालेलुया। मैं 3 पॉइंट कहे। पहला पॉइंट, परमेश्वर यहोवा चंगा करने वाला परमेश्वर है। दूसरा पॉइंट, प्रभु यीशु मसीह चंगा करने वाले परमेश्वर हैं। तीसरा पॉइंट, पवित्र आत्मा चंगा करने वाला परमेश्वर है। और बाइबल च लिखिया जदों असी परमेश्वर नु ग्रहण कीता, यीशु मसीह नु ग्रहण कीता और यीशु मसीह ने बाइबल च लिखिया यूहन्ना दी अंजील 1:12 च लिखिया कि यीशु मसीह ने औरानु परमेश्वर दे पुत्र होने दा अधिकार दिता। आज पवित्र आत्मा तुहाडे ऊपर आएगा, आज पवित्र आत्मा तुहाडे ऊपर आएगा। एक एक जन ते पवित्र आत्मा आएगा। मेरी आवाज नो ध्यान से सुनो, पहला सुनो, लिसन टू मी। मैं कहा परमेश्वर यहोवा चंगा करने वाला परमेश्वर है, प्रभु यीशु मसीह चंगा करने वाला परमेश्वर है, पवित्र आत्मा चंगा करने वाला परमेश्वर है। और जितने भी लोग पवित्र आत्मा ना पा जाएंगे और चंगे करने वाले बन जाएंगे। चंगाई तुहाडे विचों निकलेगी, चंगाई दी सामर्थ तुहाडे विचों निकलेगी, चंगाई दी आग तुहाडे विचों निकलेगी। और पवित्र आत्मा तुहाडे उत्ते आए, और पवित्र आत्मा तुहाडे उत्ते आए, तुसी चंगे ही नहीं, तुसी चंगे करने वाले बन जाओ यीशु मसीह दे नाम विच। आज तुहाडी आदतां बदल जान, आज तेरा कैरेक्टर बदले, आज तेरा सुभाव बदल जाए, आज तेरा जीवन बदले यीशु मसीह दे नाम विच। ओ लॉर्ड, परमेश्वर का वचन कहता है जितनों ने परमेश्वर को ग्रहण किया, यीशु मसीह ने उन्हें परमेश्वर की संतान होने का अधिकार दिया। और वो अधिकार आप पर आए यीशु मसीह के नाम से, वो अधिकार आप पर आए। पवित्र आत्मा आज आप पर उतरी यीशु मसीह के नाम से, पवित्र आत्मा आज आप पर उतरे, आपकी मानिंद करे यीशु मसीह के नाम से। आप चंगे करने वाले बन जाएंगे यीशु मसीह के नाम से। जैसे पतरस के कपड़ों में सामर्थ निकलती, आपके कपड़ों से भी सामर्थ निकलने पाए यीशु मसीह के नाम से। अंधेर नंद के लबरिया जगर बाबा शैतानी आत्माएं आपको छोड़कर चली जाएं, बीमारियां और रोग आपको छोड़कर चले जाएं, हर एक रोग आपके शरीरों से चला जाए, हर एक बोझ आपके शरीरों से चला जाए। यीशु मसीह का लहू आप पर आए, यीशु मसीह का लहू आप पर आए, पवित्र आत्मा आज आप पर उतरे। आप चंगा होने वाले नहीं, चंगा करने वाले बन जाए यीशु मसीह के नाम से।